ਕੀ ਆ 8-9 ਅਰਬ ਦੇ ਸਟੈਂਪ ਪੇਪਰ ਸਿਰ ਲੁਧਿਆਣਾ ਦੇ ਇਸ ਟ੍ਰੈਜਰੀ ਆਫਿਸ ਦੇ ਵਿੱਚ ਪਏ ਆ। ਤਾਂ ਸੋਚ ਸਕਦੇ ਹੋ ਕਿ ਕਿੰਨਾ ਵੱਡਾ ਨੁਕਸਾਨ ਹੁਣ ਪੰਜਾਬ ਨੂੰ ਹੋਣ ਵਾਲਾ ਹੈ ਜੇ ਇਹੀ ਸਟੈਂਪ ਪੇਪਰ ਸਮੇਂ ਸਿਰ ਲਾਗੂ ਕੀਤੇ ਜਾਂਦੇ। ਕਿਹਾ ਜਾਂਦਾ ਕਿ ਪਹਿਲਾਂ ਸਟੈਂਪ ਪੇਪਰ ਖਤਮ ਹੋਣਗੇ ਫਿਰ ਈ ਸਟੈਂਪ ਪੇਪਿੰਗ ਜਿਹੜੀ ਚੱਲੇਗੀ, ਇਹਨਾਂ ਨੂੰ ਕਵਾਇਦ ਦੇ ਨਾਲ ਲਾਗੂ ਕੀਤਾ ਜਾਂਦਾ ਤਾਂ ਸ਼ਾਇਦ ਨੁਕਸਾਨ ਨਾ ਹੁੰਦਾ। ਜਿੱਥੇ ਕਿ ਪਹਿਲਾਂ ਬਹੁਤ ਸਾਰੇ ਲੋਕਾਂ ਦਾ ਰੋਜ਼ਗਾਰ ਵੀ ਚੱਲਦਾ ਸੀ, ਪਰ ਹੁਣ ਸਿਰਫ ਕੋਰਪੋਰੇਟ ਘਰਾਣਾ ਦੇ ਲੋਕ ਕੀ ਕਰਦੇ ਸਰ। ਪਹਿਲਾਂ ਤਾਂ ਆਓ ਤੇ ਨਾਲੇ ਸ਼ਾਮ ਨਾਲ ਹੀ ਮਿਲ ਜਾਂਦਾ ਸੀ ਤੇ ਇੱਕ ਦਿਹਾੜੀ 'ਚ ਸਾਡਾ ਕੰਮ ਹੋ ਜਾਂਦਾ ਸੀ, ਪਰ ਸਰ ਹੁਣ ਤਾਂ ਸਾਨੂੰ 3 ਦਿਨ ਤੋਂ ਸ਼ਾਮ ਹੀ ਨਹੀਂ ਮਿਲ ਰਿਹਾ ਤਾਂ ਕੰਮ ਹੋਣ ਦੀ ਤਾਂ ਗੱਲ ਹੀ ਖਤਮ ਹੋ ਗਈ। मैं ये दसना चाहना कि असी आप सरकार जो वोटां पाइयां सी असी अपने समझ के पाइयां सी, पर सरकार ने तो आंदे नाल सानू रोजगार वधाउण दी बजाय रोजगार साडा बंद कर दिता। ये तो असी बड़े हैरान हाँ कि अपनी सरकार आवे ते अपने बंदियां दे रोजगार खोलो। मैं बाप 70 ਸਾਰੀ ਉਮਰ ਸਟਾਫ ਲੋਕਾਂ ਨਾਲ ਦਿੱਤਾ ਕਿ ਤੁਸੀਂ ਹੁਣ ਕੰਪਿਊਟਰ ਨੂੰ ਚਲਾ ਪਾਓਗੇ, ਠੀਕ ਕਰ ਲਓ। ਇੰਨੀ ਆਮਦਨ ਹੈ ਕਿ ਤੁਸੀਂ ਇਹਨੂੰ ਕੰਮ ਕਰੋਗੇ। ਹੋਰ ਵੀ ਗੱਲ ਨਾ ਕਿ ਜਿਹੜੀ ਚੁਣਿੰਦਾ ਕੁਝ ਬ੍ਰਾਂਡ ਨੇ ਉਹਨਾਂ ਦੇ ਹੀ ਪ੍ਰਿੰਟਰ ਜਾਂ ਕੁਝ ਚੂਜ਼ ਕਰਨ ਲਈ ਕਿਹਾ ਗਿਆ, ਉਹ ਕੀ ਹੋਇਆ? ਉਹ ਤਾਂ ਸਟਾਕ ਹੋਲਡਿੰਗ ਵਾਲੇ ਕਹਿੰਦੇ ਕਿ ਉਹ ਉਹਨਾਂ ਦੀ ਕੋਈ ਪ੍ਰਿੰਟਰ ਹੈਗਾ HP ਵਾਲਿਆਂ ਦਾ ਵੀ ਉਹੀ ਵਰਤੋ ਜੀ। ਹਾਂਜੀ, ਕਿ ਦੂਜਾ ਪ੍ਰਿੰਟਰ ਕੀ ਉਸ ਨੂੰ ਸਹੀ ਨਹੀਂ ਕਰੇਗਾ? ਇਹ ਤਾਂ ਮੈਂ ਟੈਕਨੀਕਲ ਬੰਦਾ ਨਹੀਂ ਹੈਗਾ, ਇਹਦੇ ਬਾਰੇ ਤਾਂ ਮੈਂ ਕੁਝ ਨਹੀਂ ਕਹਿ ਸਕਦਾ। देखो जी, सरकार जो चाहती है उस हिसाब नाल पेपरलैस तो करना चाहिए, कोई गल नहीं, पर जे ई स्टैंप लैण वास्ते भी सानू 4-4 5-5 फार्म फालतू लाने पैण, कागजां की बचत कित्थे हो सकती है? एक ही कहना चाहूँ कि सरकार ने जल्द इस मामले में कि जल्दबाजी नहीं दिखाई। जे सरकार आई है 5 महीने होने लगे हैं कि सरकार को चाहिए ना, पहला जी स्टांप पेपर है ये जल्द तो जल्द ਜਿਹੜੇ ਤੁਹਾਡੇ ਸਟਾਂਪ ਜਿਹੜੇ ਉਹਨਾਂ ਨੂੰ ਕਹਿਣਾ ਚਾਹੀਦਾ ਸੀ ਕਿ ਇਹ ਤੁਸੀਂ ਇੰਨੇ ਤੁਹਾਨੂੰ ਲਾਗੂ ਕਰਦੇ ਇਲੀਗਲ ਤੌਰ ਦੇ ਉੱਤੇ ਤੁਹਾਡੇ ਕੋਲ ਇਹ ਜਮ੍ਹਾਂ ਆ। ਜਦੋਂ ਇਹ ਖਤਮ ਹੋਣਗੇ ਫਿਰ ਅਗਲੀ ਕੰਮ ਸ਼ੁਰੂ ਹੋਊਗਾ, ਪਹਿਲਾਂ ਇਹਨਾਂ ਨੂੰ ਨਿਪਟਾਇਆ ਜਾਵੇ। ਉਹਦੇ ਅਸੀਂ ਮਨਾ ਨਹੀਂ ਕਰਦੇ, ਠੀਕ ਹੈ, ਮਾਡਰਨ ਤਰੀਕੇ ਨਾਲ ਦੇਸ਼ ਨੂੰ ਚੱਲਣਾ ਚਾਹੀਦਾ, ਪਰ ਅਸੀਂ ਇਹ ਚਾਹੁੰਦੇ ਸੀ ਕਿ ਇਹ ਦੋਨੋਂ ਪ੍ਰਣਾਲੀਆਂ ਚਲਾਉਣ। ਜਿਹੜੇ ਯੰਗਸਟਰ ਨੇ ਬਿਲੋ 50 ਈਅਰਸ ਨੇ ਉਹ ਈ ਸਟੈਂਪਿੰਗ ਕਰਨ, ਜਿਹੜੇ ਅਬਾਵ 50 ਨੇ ਉਹ ਮੈਨੂਅਲ ਕਰਨ। ਪ੍ਰਾਈਮ ਉੱਤੇ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦੋਸਤੋ, ਸਰਕਾਰਾਂ ਜਿਹੜੀਆਂ ਮਰਜ਼ੀ ਆਉਣ, ਪਰ ਗਰੀਬ ਬੰਦੇ ਨਾਲ ਹਮੇਸ਼ਾ ਧੱਕਾ ਹੁੰਦਾ ਆ। ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਆ ਚੁੱਕੀ ਹੈ ਅਤੇ ਜੇ ਗੱਲ ਕਰੀਏ ਤਾਂ ਬਹੁਮਤ ਨਾਲ ਆਈ ਆ ਅਤੇ ਆਉਂਦੇ ਹੀ ਵੱਡੇ ਸਾਰੇ ਫੈਸਲੇ ਵੀ ਲਿੱਤੇ ਜਾ ਰਹੇ ਆ, ਪਰ ਉਹ ਫੈਸਲਿਆਂ ਦੇ ਵਿੱਚ ਕਿਤੇ ਨਾ ਕਿਤੇ ਜਲਦੀ ਦਿਖਾਈ ਦਿੱਤੀ ਜਾਂਦੀ ਹੈ, ਜਿਹਦੇ ਨਾਲ ਸਰਕਾਰ ਵੱਲੋਂ ਇੱਕ ਵਾਅਦਾ ਕੀਤਾ ਗਿਆ ਸੀ ਅਸੀਂ ਆਵਾਂਗੇ ਤਾਂ ਬੇਰੁਜ਼ਗਾਰੀ ਦੂਰ ਕਰਾਂਗੇ, ਪਰ ਉਹਨਾਂ ਦੇ ਜਿਹੜੇ ਫੈਸਲੇ ਆ ਸ਼ਾਇਦ ਉਹ ਲੋਕਾਂ ਨੂੰ ਬੇਰੁਜ਼ਗਾਰੀ ਵੱਲ ਧੱਕ ਰਹੇ ਨੇ। ਇੱਕ ਇਸ ਟਾਈਮ ਜ਼ਿਲ੍ਹਾ ਦੇ ਸਟਾਂਪ ਦਫ਼ਤਰ ਵਿੱਚ ਖੜ੍ਹੇ ਆ, ਟ੍ਰੈਜਰੀ ਦਫ਼ਤਰ ਵਿੱਚ ਖੜ੍ਹੇ ਆ। ਜੇ ਗੱਲ ਕਰਦੇ ਹਾਂ ਅੱਜ ਇੱਕ ਵੱਡੇ ਨੁਕਸਾਨ ਦੀ, ਅਤੇ ਉਹ ਨੁਕਸਾਨ ਦੀ ਗਿਣਤੀ ਸ਼ਾਇਦ ਆਮ ਬੰਦੇ ਨੂੰ ਕਦੀ ਸੁਣੀ ਵੀ ਨਹੀਂ ਹੋਣੀ। ਅਸੀਂ ਜਿਹੜਾ ਕਿ ਸਟਾਂਪ ਦਫ਼ਤਰ ਖੜ੍ਹੇ, ਤੁਹਾਨੂੰ ਇੱਕ ਵਾਰ ਨਿਗਾਹ ਬਣਾਉਣਾ ਚਾਹਾਂਗਾ। ਇੱਧਰਲੇ ਪਾਸੇ ਕੈਮਰਾਮੈਨ ਨੂੰ ਕਹੂੰਗਾ ਨਿਗਾਹ ਬਣਾਈ ਜਾਵੇ। ਇਹ ਜ਼ਿਲ੍ਹਾ ਕਚਹਿਰੀ ਦੇ ਵਿੱਚ ਜੇ ਗੱਲ ਕਰੀਏ ਤਾਂ ਮਾਨਯੋਗ CP ਦਫ਼ਤਰ ਦੇ ਨਾਲ ਬਿਲਕੁਲ ਟ੍ਰੈਜਰੀ ਦਫ਼ਤਰ, ਜਿੱਥੇ ਅਸੀਂ ਮੈਡਮ ਹਰਵਿੰਦਰ ਜਿਹੜੇ ਕੀ ਆ ਹਰਵਿੰਦਰ ਕੌਰ ਜੀ ਹਰਜਿੰਦਰ ਕੌਰ ਮੈਮ, ਉਹਨਾਂ ਦੇ ਡਿਸਟ੍ਰਿਕਟ ਜੋ ਕਿ ਟ੍ਰੈਜਰੀ ਆਫਿਸਰ ਆ, ਉਹਨਾਂ ਦੇ ਦਫ਼ਤਰ ਦੇ ਬਾਹਰ ਖੜ੍ਹੇ ਆ। ਉਹਨਾਂ ਨਾਲ ਗੱਲਬਾਤ ਵੀ ਕੀਤੀ ਸੀ, ਪਰ ਕੁਛ ਜਿਹੜਾ ਕੀ ਆ ਕੈਮਰੇ ਵੱਲੋਂ ਉਹਨਾਂ ਮੂਹਰੇ ਕਹਿਣ ਤੋਂ ਮਨਾ ਕਰ ਦਿੱਤਾ, ਕਿਉਂਕਿ ਹਰ ਇੱਕ ਆਫਿਸਰ ਲਈ ਇਹ ਜ਼ਰੂਰੀ ਹੁੰਦਾ ਹੈ, ਕਿਉਂਕਿ ਬਹੁਤ ਸਾਰੇ ਆਫਿਸਰ ਸੱਚ ਦਾ ਸਾਹਮਣਾ ਕਰਦੇ, ਪਰ ਕਈ ਵਾਰ ਸਰਕਾਰਾਂ ਦੀ ਜਿਹੜੀ ਕੀ ਆ ਬੇਰੁਖੀ ਦੇ ਨਾਲ ਕਈ ਆਫਿਸਰ ਡਰਦੇ ਵੀ ਹੁੰਦੇ। ਉਸੋ ਇੱਕ ਜਿਹੜਾ ਕਿ ਸਾਹਮਣੇ ਘਪਲਾ ਆਇਆ ਆ, ਉਹ ਤੁਹਾਨੂੰ ਦੱਸਦੇ ਘਪਲਾ ਸਰਕਾਰਾਂ ਦਾ। ਇਹ ਨਹੀਂ ਕਿ ਸਰਕਾਰਾਂ ਨੇ ਘਪਲਾ ਕੀਤਾ, ਪਰ ਇੱਕ ਟ੍ਰੈਜਰੀ ਆਫਿਸ ਦੇ ਵਿੱਚ ਜਿਹੜਾ ਕਿ ਘਪਲਾ ਹੋਇਆ ਈ ਸਟੈਂਪ ਪੇਪਰ, ਜੋ ਕਿ 1 ਅਗਸਤ ਤੋਂ ਲਾਗੂ ਹੋ ਚੁੱਕਾ ਆ, ਪਰ ਉਹਦੇ ਨਾਲ ਜਿਹੜੀ ਸਰਕਾਰ ਜਿਹੜੀ ਕਿ ਹੁਣ ਆਮ ਆਦਮੀ ਦੀ ਸਰਕਾਰ ਆ, ਕਹਿੰਦੀ ਸੀ ਅਸੀਂ ਬੇਰੁਜ਼ਗਾਰੀ ਦੂਰ ਕਰਾਵਾਂਗੇ, ਰੈਵਨਿਊ ਨੂੰ ਵਧਾਵਾਂਗੇ। ਤਾਂ ਰੈਵਨਿਊ ਨੂੰ ਵਧਾਉਣਾ ਤਾਂ ਕੀ ਆ, ਪਰ ਸਿਰਫ ਇਹ ਸਾਡੇ ਹੱਥ ਇੱਕ RTI ਆ
ਜਿਹਦੇ ਵਿੱਚ ਅਸੀਂ ਇੱਥੋਂ ਮੈਡਮ ਕੋਲ ਲਿੱਤੀ RTI। ਇਹਦੇ ਵਿੱਚ ਜਿਹੜਾ ਕਿ ਖੁਲਾਸਾ ਆ ਉਹ ਸੁਣ ਕੇ ਸ਼ਾਇਦ ਤੁਹਾਡੇ ਵੀ ਜਿਹੜੇ ਕਿ ਹੁਣ ਪੈਰਾਂ ਥੱਲੋਂ ਜ਼ਮੀਨ ਨਿਕਲ ਜਾਏਗੀ। ਜੇ ਗੱਲ ਕਰੀਏ ਤਾਂ ਖਾਲੀ ਲੁਧਿਆਣਾ ਦੇ ਵਿੱਚ ਜਿਹੜੇ ਇਸ ਟਾਈਮ ਇਸ ਆਫਿਸ ਦੇ ਵਿੱਚ ਜਿਹੜੇ ਕਿ ਸਟਾਂਪ ਪੇਪਰ ਹੈ ਜਿਹੜੇ ਕਿ ਸਰਕਾਰ ਨੇ ਬੈਨ ਕਰ ਦਿੱਤੇ ਗਏ ਆ, ਅਤੇ ਉਹਦਾ ਜਿਹੜੀ ਕਿ ਕੀਮਤ ਆ ਸਿਰਫ ਲੁਧਿਆਣਾ ਦੀ ਅਸੀਂ ਦੱਸ ਰਹੇ ਹਾਂ, ਅਤੇ ਜਿਹੜੇ ਕਿ ਹੋਰ ਪੰਜਾਬ ਦੇ ਸੂਬੇ ਦੇ ਵਿੱਚ ਜ਼ਿਲ੍ਹਿਆਂ ਦੇ ਵਿੱਚ ਹੈਗੀ ਆ ਉਹ ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਸਿਰਫ 8 ਅਰਬ 6 ਕਰੋੜ 15 ਲੱਖ 95 ਹਜ਼ਾਰ ਅਤੇ 211 ਰੁਪਏ। ਦੁਬਾਰਾ ਤੁਹਾਨੂੰ ਇੱਕ ਵਾਰ ਜਾਣਕਾਰੀ ਲਈ ਦੱਸ ਦਿੰਦੇ ਹਾਂ, 8 ਅਰਬ 6 ਕਰੋੜ 15 ਲੱਖ 95 ਹਜ਼ਾਰ 211 ਰੁਪਏ ਦੇ ਸਿਰਫ ਅਤੇ ਸਿਰਫ ਉਹ ਸਟਾਂਪ ਜਿਹੜੇ ਪੰਜਾਬ ਦੇ ਵਿੱਚ ਰੈਵਨਿਊ ਵਧਾਉਂਦੇ ਸੀਗੇ। ਇਹ ਜੇ ਗੱਲ ਕਰਦੇ ਹਾਂ ਤੁਹਾਨੂੰ ਉਹ ਵੀ ਦੱਸਾਂਗੇ ਕਿ ਕਿੰਨਾ ਇੱਥੇ ਫਾਇਦਾ ਹੁੰਦਾ ਸੀਗਾ, ਅਤੇ ਅੱਜ ਸਰਕਾਰ ਜਿਹੜੇ ਕੀ ਆ ਕਾਰਪੋਰੇਟ ਘਰਾਣਿਆਂ ਦੇ ਹੱਥਾਂ 'ਚ ਚੜ੍ਹ ਗਈ ਆ। ਇਹ ਸਿਸਟਮ ਜਿਹੜਾ ਕਿ ਈ ਸਟੈਂਪਿੰਗ ਦਾ ਲਾਗੂ ਕੀਤਾ ਗਿਆ ਹੈ, ਇਹ ਅਡਾਨੀਆਂ ਨੂੰ ਹੀ ਦਿੱਤਾ ਗਿਆ ਆ। ਉਹਨਾਂ ਦੇ ਹੀ ਜਿਹੜੇ ਕਿ ਹੁਣ ਕੰਪਿਊਟਰ ਲੱਗਣਗੇ, ਉਹੀ ਈ ਸਟੈਂਪਿੰਗ ਕਰਨਗੇ, ਉਹਨਾਂ ਦੇ ਹੀ ਸਭ ਕੁਝ ਚੱਲੇਗਾ। ਸੋ 8 ਅਰਬ ਦੇ ਜਿਹੜੇ ਕੀ ਆ 8-9 ਅਰਬ ਦੇ ਸਟੈਂਪ ਪੇਪਰ ਸਿਰ ਲੁਧਿਆਣਾ ਦੇ ਇਸ ਟਰੈਜਰੀ ਆਫਿਸ ਦੇ ਵਿੱਚ ਪਏ ਆ। ਤਾਂ ਸੋਚ ਸਕਦੇ ਹੋ ਕਿ ਕਿੰਨਾ ਵੱਡਾ ਨੁਕਸਾਨ ਹੁਣ ਪੰਜਾਬ ਨੂੰ ਹੋਣ ਵਾਲਾ ਹੈ ਜੇ ਇਹੀ ਸਟਾਂਪ ਪੇਪਰ ਸਮੇਂ ਸਿਰ ਲਾਗੂ ਕੀਤੇ ਜਾਂਦੇ। ਕਿਹਾ ਜਾਂਦਾ ਕਿ ਪਹਿਲਾਂ ਸਟਾਂਪ ਪੇਪਰ ਖਤਮ ਹੋਣਗੇ ਫਿਰ ਈ ਸਟਾਂਪ ਪੇਪਿੰਗ ਜਿਹੜੀ ਚੱਲੇਗੀ, ਇਹਨਾਂ ਨੂੰ ਕਵਾਇਦ ਦੇ ਨਾਲ ਲਾਗੂ ਕੀਤਾ ਜਾਂਦਾ ਤਾਂ ਸ਼ਾਇਦ ਨੁਕਸਾਨ ਨਾ ਹੁੰਦਾ। ਸੋ ਇੰਨਾ ਜਿਹੜਾ ਕਿ ਘਾਟਾ ਹੁਣ ਪੈਣ ਵਾਲਾ। ਇਹਦੀ ਜੇ ਗੱਲ ਕਰੀਏ ਪ੍ਰਿੰਟਿੰਗ ਦੀ ਤਾਂ ਟਰਾਂਸਪੋਰਟੇਸ਼ਨ ਦੀ ਜੇ ਉਹ ਵੀ ਮਿਲਾ ਕੇ ਵਿੱਚ ਪਾਈਏ ਤਾਂ ਤੁਸੀਂ ਸੋਚ ਸਕਦੇ ਹੋ ਕਿ ਪੂਰੇ ਪੰਜਾਬ ਭਰ ਦੇ ਵਿੱਚ ਜੇ ਨਾ ਕਰਦੇ ਵੀ 100 ਅਰਬ ਦਾ ਜਿਹੜਾ ਕੀ ਆ ਘਾਟਾ ਉਹ ਪੈਣ ਵਾਲਾ ਆ। ਸੋ ਇੱਥੇ ਇੱਕ ਵੱਡਾ ਜਿਹੜਾ ਕਿ ਅੱਜ ਪ੍ਰਾਈਮੋ ਦੇ ਜ਼ਰੀਏ ਐਕਸਪੋਜ਼ ਕੀਤਾ ਜਾ ਰਿਹਾ ਆ। ਸੋ ਗੁਪਤ ਸੂਚਨਾ ਦੇ ਹਿਸਾਬ ਨਾਲ ਸਾਡੇ ਕੋਲ 17,000 ਕਰੋੜ ਸੀਗਾ, ਪਰ ਇੱਥੇ ਤੁਹਾਨੂੰ ਦੱਸ ਦਈਏ ਕਿ ਇੱਥੇ ਤਾਂ 100,000 ਕਰੋੜ ਤੋਂ ਵੀ ਉੱਪਰ ਦਾ ਮਾਮਲਾ ਆ ਚੁੱਕਾ ਆ। ਸੋ ਹੁਣ ਦੇਖਦੇ ਹਾਂ ਇਸ ਮਾਮਲੇ ਵਿੱਚ ਜਿਹੜੇ ਕੀ ਆ, ਇੱਕ ਤਾਂ ਪਹਿਲੀ ਗੱਲ ਦੱਸਦੀ ਜਿਹੜੇ ਕਿ ਛੋਟੇ ਵੈਂਡਰ ਸੀਗੇ ਜਿਹੜੇ ਸਟਾਂਪ ਪੇਪਰਾਂ ਦਾ ਕੰਮ ਕਰਦੇ ਸੀ, ਉਹਨਾਂ ਦਾ ਇੱਕ ਰੋਜ਼ਗਾਰ ਮਰ ਗਿਆ, ਕਿਉਂਕਿ ਈ ਸਟੈਂਪਿੰਗ ਸ਼ੁਰੂ ਹੋਣ ਦੇ ਨਾਲ ਜਿਹੜਾ ਕਿ ਰੋਜ਼ ਦਾ 200-400 ਰੁਪਏ ਕਮਾਉਂਦੇ ਸੀ ਉਹ ਮਰ ਜਾਂਦਾ। ਲੱਖ ਰੁਪਏ ਪਿੱਛੇ ਉਹਨਾਂ ਨੂੰ 2,000 ਦੀ ਕਮਿਸ਼ਨ ਮਿਲਦੀ ਸੀ। ਪਰ ਜਿਹੜਾ ਕਿ ਜਦ ਈ ਸਟੈਂਪਿੰਗ ਸ਼ੁਰੂ ਹੋਏਗੀ ਤਾਂ ਸ਼ਾਇਦ ਉਲਟਾ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਦੇਗੀ। ਇੱਕ ਤਾਂ ਰੈਵਨਿਊ ਦੇ ਵਿੱਚ ਫਰਕ ਪਏਗਾ, ਉਲਟਾ ਸਾਡੇ ਉੱਤੇ ਇੱਕ ਵੱਡਾ ਬੋਝ ਪਏਗਾ। ਜਦੋਂ ਸੇਵਾ ਕੇਂਦਰਾਂ ਦੇ ਵਿੱਚ ਤਾਂ ਅੱਗੇ ਹੀ ਮੁਲਾਜ਼ਮ ਨਹੀਂ ਹੈਗੇ, ਅਤੇ ਉਹ ਜਦੋਂ ਲੈਣਾ ਜੇ ਟੋਕਨ ਲੈ ਕੇ ਲੱਗਣਾ, ਜਿਹਨੂੰ ਕਿਸੇ ਨੂੰ ਐਮਰਜੈਂਸੀ ਵੀ ਕੋਈ ਕੰਮ ਹੁੰਦਾ ਸੀਗਾ ਅਤੇ ਉਹ ਸਟਾਂਪ ਪੇਪਰ ਵੱਡਾ ਸਟਾਂਪ ਪੇਪਰ ਲੈ ਕੇ ਆਪਣਾ ਕੰਮ ਨਿਪਟਾ ਲੈਂਦਾ ਸੀ। ਪਰ ਹੁਣ ਉਹ ਵੀ ਕਿਤੇ ਨਾ ਕਿਤੇ ਬੋਝ ਸਾਡੀ ਜਨਤਾ ਉੱਤੇ ਪੈਣ ਵਾਲਾ। ਇੱਕ ਤਾਂ ਕੋਈ ਬਿਮਾਰ ਠਮਾਰ ਬੰਦਾ ਉਹਨੂੰ ਆਉਣਾ ਪਏਗਾ, ਚਾਹੇ ਕੁਛ ਹੋਵੇ, ਉਹ ਤੋਂ ਬਿਨਾਂ ਕੰਮ ਨਹੀਂ ਹੋਣਾ। ਫਿਰ ਉਹਨੂੰ ਜਿਹੜੀ ਕਿ ਵੱਡੀ ਇੱਕ ਪ੍ਰੋਬਲਮ ਦਾ ਵੀ ਸਾਹਮਣਾ ਕਰਨਾ ਪਵੇਗਾ। ਤਾਂ ਉੱਤੋਂ ਜਿਹੜਾ ਕੀ ਆ ਇੱਕ 8 ਅਰਬ ਅਤੇ 6 ਕਰੋੜ 15 ਲੱਖ 95 ਹਜ਼ਾਰ 211 ਰੁਪਏ ਦੇ ਸਟਾਂਪ ਪੇਪਰ ਇੱਥੇ ਜਿਹੜੇ ਕਿ ਹੁਣ ਡਿਸਟਰੋਏ ਕੀਤੇ ਜਾਣਗੇ। ਜਿਹੜੀਆਂ ਗੱਲ ਕਰਦੀਆਂ ਪੰਜਾਬ ਭਰ ਦੇ ਬਾਕੀ ਸੂਬਿਆਂ ਨੂੰ ਮਿਲਾ ਕੇ ਕਿੰਨੇ ਹਜ਼ਾਰ ਕਰੋੜ ਦਾ ਜਿਹੜਾ ਕੀ ਹੈ ਇੱਕ ਵੱਡਾ ਨੁਕਸਾਨ ਹੋਣ ਵਾਲਾ। ਇਹ ਤੁਹਾਨੂੰ ਸਭ ਤੋਂ ਪਹਿਲਾਂ ਪ੍ਰਾਈਮ ਉੱਤੇ ਦਿਖਾ ਰਿਹਾ ਸਟਾਂਪ ਪੇਪਰਾਂ ਦੇ ਜਿਹੜੇ ਕਿ ਪ੍ਰਧਾਨ ਸਾਹਿਬ ਉਹਨਾਂ ਨਾਲ ਵੀ ਗੱਲ ਕਰਾਂਗੇ, ਦੇਖਦੇ ਹਾਂ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਆ। ਸੋ ਜਿਹੜੇ ਕਿ ਇੱਥੇ ਸਟਾਂਪ ਹਾਊਸ ਦੇ ਜਿਹੜੇ ਕਿ ਪ੍ਰਧਾਨ ਸਾਹਿਬ ਲੁਧਿਆਣਾ ਦੇ ਗੁਰਦਿਆਲ ਸਿੰਘ ਜੀ ਸਾਡੇ ਨਾਲ ਆ, ਉਹਨਾਂ ਨਾਲ ਵੀ ਗੱਲ ਕਰਦੇ ਹਾਂ, ਕਿਉਂਕਿ ਵਿਸ਼ਾ ਜਿਹੜਾ ਕਿ ਅੱਜ ਦਾ ਬੜਾ ਗੰਭੀਰ ਹੈ, ਜਿਹਦੇ ਕਿ ਗੱਲ ਕਰਦੇ ਹਾਂ ਕਿ ਰੈਵਨਿਊ ਦਾ ਕੀ ਵਧਣਾ ਸੀਗਾ ਪਰ ਕੁਝ ਲੋਕ ਹੀ ਬੇਰੁਜ਼ਗਾਰ ਹੋ ਗਏ। ਸੋ ਮੁੱਦਾ ਸ਼ੁਰੂ ਕਰਦੇ ਗੁਰਦਿਆਲ ਸਿੰਘ ਜੀ, ਪਹਿਲਾਂ ਪ੍ਰਾਈਮ ਦੇ ਤੁਹਾਡਾ ਸਵਾਗਤ ਕਰਦੇ ਹਾਂ ਕਿ ਤੁਹਾਡੇ ਕੋਲ ਜਾਣਕਾਰੀ ਲੈਣ ਲਈ ਪਹੁੰਚੇ। ਸਤਿ ਸ਼੍ਰੀ ਅਕਾਲ ਜੀ, ਸਭ ਨੂੰ ਸਤਿ ਸ਼੍ਰੀ ਅਕਾਲ ਜੀ। ਮੈਂ ਗੁਰਦਿਆਲ ਸਿੰਘ ਮੱਕੜ, ਪ੍ਰਧਾਨ ਲੁਧਿਆਣਾ ਡਿਸਟ੍ਰਿਕਟ ਸਟੈਂਪ ਵੈਂਡਰ ਐਸੋਸੀਏਸ਼ਨ। ਮੈਂ ਇਹ ਦੱਸਣਾ ਚਾਹੁੰਦਾ ਕਿ ਅਸੀਂ ਆਪ ਸਰਕਾਰ ਜਦੋਂ ਵੋਟਾਂ ਪਾਈਆਂ ਸੀ ਅਸੀਂ ਆਪਣੇ ਸਮਝ ਕੇ ਪਾਈਆਂ ਸੀ, ਪਰ ਸਰਕਾਰ ਨੇ ਤਾਂ ਆਉਂਦਿਆਂ ਨਾਲ ਸਾਨੂੰ ਰੁਜ਼ਗਾਰ ਵਧਾਉਣ ਦੀ ਬਜਾਏ ਰੁਜ਼ਗਾਰ ਸਾਡਾ ਬੰਦ ਕਰ ਦਿੱਤਾ। ਜੇ ਤੇ ਅਸੀਂ ਬੜੇ ਹੈਰਾਨ ਆ ਕਿ ਆਪਣੀ ਸਰਕਾਰ ਆਵੇ ਤੇ ਆਪਣੇ ਬੰਦਿਆਂ ਦੇ ਰੁਜ਼ਗਾਰ ਖੋਲ੍ਹੇ। ਹੁਣ ਇਹਦੇ ਨਾਲ ਸਾਡਾ ਰੁਜ਼ਗਾਰ ਦੇ ਜਾਣ ਦੇ ਨਾਲ ਇਹਨਾਂ ਨੇ ਈ ਸਟੈਂਪਿੰਗ ਜਿਹੜੀ ਚਾਲੂ ਕੀਤੀ ਹੈ ਉਹਦੇ 'ਚ ਅਸੀਂ ਮਨਾ ਨਹੀਂ ਕਰਦੇ। ਠੀਕ ਹੈ, ਮਾਡਰਨ ਤਰੀਕੇ ਨਾਲ ਦੇਸ਼ ਨੂੰ ਚੱਲਣਾ ਚਾਹੀਦਾ, ਪਰ ਅਸੀਂ ਇਹ ਚਾਹੁੰਦੇ ਸੀ ਕਿ ਇਹ ਦੋਨੋਂ ਪ੍ਰਣਾਲੀਆਂ ਚਲਾਉਣ। ਜਿਹੜੇ ਯੰਗਸਟਰ ਨੇ ਬਿਲੋ 50 ਈਅਰਸ ਨੇ ਉਹ ਈ ਸਟੈਂਪਿੰਗ ਕਰਨ, ਜਿਹੜੇ ਅਬਵ 50 ਨੇ ਉਹ ਮੈਨੂਅਲ ਕਰਨ, ਕਿਉਂਕਿ ਮੈਨੂਅਲ ਜਿਹੜਾ ਮਾਲ ਇਹਨਾਂ ਕੋਲ 10 ਅਰਬ ਦਾ ਲੁਧਿਆਣੇ ਪਿਆ, ਬਾਕੀ ਇਸ ਤਰ੍ਹਾਂ ਸਾਰੇ ਪੰਜਾਬ ਦੇ ਸ਼ਹਿਰਾਂ 'ਚ ਪਿਆ, ਤੇ ਨਾਸਕ ਵੀ ਇਹਨਾਂ ਦਾ 2 ਇੰਡੈਂਟ ਛਪੇ ਪਏ ਜਿਹੜੀ ਸ਼ਾਇਦ 1800 ਅਰਬ ਦੇ ਕਰੀਬ ਹੋਣਗੇ। ਇਹ ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜਾ ਮਾਲ ਛਪਿਆ ਇਹਦੇ ਬਜਾਏ ਡਿਸਟਰਾਏ ਕਰਨ ਦੇ ਸਰਕਾਰ ਨੂੰ ਇਹਦਾ ਖਜ਼ਾਨੇ 'ਚ ਪੈਸਾ ਆਵੇ ਤੇ ਜਿਹੜੇ ਅਬਵ 50 ਈਅਰਸ ਦੇ ਨੇ ਉਹਨਾਂ ਨੂੰ ਰੁਜ਼ਗਾਰ ਮਿਲਿਆ। ਸੋ ਗੁਰਦਿਆਲ ਸਿੰਘ ਜੀ, ਇੱਕ
ਤੁਸੀਂ ਕਿੱਦਾਂ ਦੇਖਦੇ ਹੋ ਕਿ ਪੂਰੇ ਮਾਮਲੇ ਨੂੰ ਇੱਕ ਸੰਜੀਦਗੀ ਨਾਲ ਦੇਖਣ ਵਾਲਾ, ਕਿਉਂਕਿ ਜਿੱਦਾਂ ਤੁਸੀਂ ਸਾਰੀ ਉਮਰ ਹੋ ਗਿਆ ਇਸ ਟਾਈਮ ਤੁਹਾਡੀ ਕੋਈ ਏਜ ਘੱਟੋ ਘੱਟ 65-70 ਦੇ मैं बाप सत्ता है जी। 70 ਉਹ 70 ਦਾ ਲੋਕ ਤੁਸੀਂ ਸਾਰੀ ਉਮਰ ਸਟਾਫ ਰੋਲ ਦਾ ਕੰਮ ਕੀਤਾ, ਕੀ ਤੁਸੀਂ ਹੁਣ ਕੰਪਿਊਟਰ ਨੂੰ ਚਲਾ ਪਾਓਗੇ? ਕੀ ਤੁਹਾਨੂੰ ਇੰਨੀ ਆਮਦਨ ਹੈਗੀ ਕਿ ਤੁਸੀਂ ਇਹਨੂੰ ਕੰਮ ਕਰੋਗੇ? ਨਹੀਂ ਅਸੀਂ ਤਾਂ ਐਫਸੀਆਰ ਸਾਹਿਬ ਨਾਲ ਜੋ ਮੀਟਿੰਗ ਹੋਈ ਸੀ ਰੈਵਨਿਊ ਮਿਨਿਸਟਰ ਨਾਲ, ਅਸੀਂ ਉਦੋਂ ਵੀ ਕਿਹਾ ਸੀ ਜਿਹੜੇ ਕੁਝ ਬੰਦੇ ਐਸੇ ਨੇ ਜਿਹੜੇ ਕੰਪਿਊਟਰ ਚਲਾ ਹੀ ਨਹੀਂ ਸਕਦੇ, ਜਿਨ੍ਹਾਂ ਦੀ 70 ਸਾਲ 65 ਸਾਲ 75 ਸਾਲ ਉਮਰ, ਉਹ ਤਾਂ ਮੈਨੂਅਲ ਬੜੀ ਮੁਸ਼ਕਲ ਨਾਲ ਕਰਦੇ ਤੇ ਕੰਪਿਊਟਰ ਕਿੱਥੋਂ ਕਰਨਗੇ। ਇਸ ਕਰਕੇ ਜਿਹੜਾ ਮੈਨੂਅਲ ਕੰਮ ਹੈ ਨਾ ਉਹ ਅਬਵ 50 ਵਾਲਿਆਂ ਨੂੰ ਦੇਣਾ ਚਾਹੀਦਾ, ਇਹਨਾਂ ਨੂੰ ਜ਼ਰੂਰ ਦੇਣਾ ਚਾਹੀਦਾ ਤਾਂ ਕਿ ਉਹਨਾਂ ਦਾ ਵੀ ਰੁਜ਼ਗਾਰ ਚੱਲਦਾ, ਵੀ ਉਹਨਾਂ ਦਾ ਰੋਟੀ ਕਿਸੇ ਤੇ ਡਿਪੈਂਡ ਨਾ ਕਰਨ ਰੋਟੀ ਪਾਣੀ ਤੇ। ਸੋ ਗੁਰਦਾਸ ਜੀ ਤੁਹਾਨੂੰ ਲੱਗਦਾ ਕਿ ਇਹ ਜਿਹੜਾ ਮਾਮਲਾ ਪਲੈਨਿੰਗ ਨਾਲ ਹੋਇਆ, ਕਿਉਂਕਿ ਇਹ ਕਾਰਪੋਰੇਟ ਘਰਾਣਿਆਂ ਦੇ ਉੱਤੇ ਸਾਰਾ ਕੀ ਹੈ ਜਿਹੜਾ ਕਿ ਹੁਣ ਹੱਥ ਸਭ ਕੁਝ ਜਾ ਰਿਹਾ। ਇਹ ਜੇ ਗੱਲ ਕਰਾਂਗੇ ਪਹਿਲਾਂ ਸਰਕਾਰ ਕਹਿੰਦੀ ਅਸੀਂ ਜਿਹੜੇ ਕਾਗਜ਼ ਆ ਉਹਨੂੰ ਘੱਟ ਕਰਨਾ ਕੀ ਤਾਂ ਕਿ ਸਾਡੇ ਪੇਟ ਗੁੜ ਬਚ ਸਕਣ, ਪਰ ਕੀ ਕਹਿਣਾ ਚਾਹੁੰਦੇ ਹੋ ਇਹਦੇ ਵਿੱਚ? ਕੀ ਲੱਗਦਾ ਤੁਹਾਨੂੰ ਜਿਹੜੀ ਕਾਗਜ਼ ਬਚਣਗੇ ਸਾਡੇ ਜਿਹੜੇ ਕਿ ਫਾਇਦਾ ਹੋਏਗਾ ਕੁਛ? ਨਹੀਂ ਕਾਗਜ਼ ਦਾ ਤਾਂ ਇਹ ਹੈ, ਕਾਗਜ਼ ਤਾਂ ਅਗਲੇ ਦੀ ਇੱਕ ਦੀ ਬਜਾਏ ਤਿੰਨ ਕਾਗਜ਼ ਲੱਗਣਗੇ, ਕਿਉਂਕਿ ਇੱਕ ਫਾਰਮ ਛਪਣਾ ਭਰਨਾ ਪੈਂਦਾ ਹੈ, ਇੱਕ ਉਹਦੇ ਤੇ ਨਾਲ ਆਧਾਰ ਕਾਰਡ ਲੈਣਾ ਪੈਂਦਾ ਹੈ, ਤੇ ਇੱਕ ਉਸੇ ਤਰ੍ਹਾਂ ਜਿਵੇਂ ਪਹਿਲਾਂ ਰਜਿਸਟਰ 'ਚ ਐਂਟਰੀ ਕਰਦੀ ਸੀ ਮੈਨੂਅਲ ਵੇਲੇ, ਉਹ ਐਂਟਰੀ ਵੀ ਕਰਨੀ ਪੈਂਦੀ ਹੈ। ਕੰਮ ਤਾਂ ਅੱਗੇ ਨਾਲ ਵੱਧ ਗਿਆ। ਇੱਕ ਸਰਕਾਰ ਨੇ ਜਿਹੜੀ ਇਹਨਾਂ ਨੂੰ ਠੇਕਾ ਦਿੱਤਾ ਉਹ ਕਮਿਸ਼ਨ ਉਹਦੇ ਵਿੱਚ ਉਹ ਕੱਟ ਦਿੰਦੇ ਨੇ ਸਟਾਕ ਹੋਲਡਿੰਗ ਵਾਲੇ। ਇੱਕ ਅਸੀਂ ਸਰਕਾਰ ਦੇ ਮੁਲਾਜ਼ਮ ਤੋਂ ਅਸੀਂ ਪ੍ਰਾਈਵੇਟ ਕੰਪਨੀ ਦੇ ਮੁਲਾਜ਼ਮ ਬਣ ਜਾਵਾਂਗੇ। ਇਸ ਕਰਕੇ ਸਾਨੂੰ ਇਸ ਚੀਜ਼ ਦਾ ਅਸੀਂ ਵਿਰੋਧ ਕਰਨੇ। ਸੋ ਜਿੱਦਾਂ ਕਿ ਪਹਿਲਾਂ ਕਿਸਾਨੀ ਅੰਦੋਲਨ ਹੋਇਆ, ਕੀ ਤੁਹਾਨੂੰ ਲੱਗਦਾ ਕਿ ਇਹ ਵੀ ਅੰਦੋਲਨ ਨਾਲ ਜਿੱਤਿਆ ਜਾਏਗਾ ਕਿ ਇਦਾਂ ਹੀ ਜਿਹੜਾ ਕਿ ਚੁੱਪਚਾਪ ਸਹਿਣ ਕੀਤਾ ਜਾਏਗਾ? ਇਹਦੇ ਤਾਂ ਗੱਲ ਇਹ ਤਾਂ ਅੰਦੋਲਨ ਤਾਂ ਜਿਹੜੀ ਚੀਜ਼ ਲਟਕੇਗੀ ਉਹਦਾ ਤਾਂ ਅੰਦੋਲਨ ਤਾਂ ਹੋਏਗਾ। ਜੇ ਸਰਕਾਰ ਨਹੀਂ ਫੈਸਲਾ ਕਰੇਗੀ ਲੋਕ ਤਾਂ ਫਿਰ ਇਹਦੇ ਖਿਲਾਫ ਆਵਾਜ਼ ਉਠਾਉਣਗੇ। ਇਹਦੇ 'ਚ ਕੋਈ ਦੂਜੀ ਰਾਏ ਨਹੀਂ ਹੋ ਸਕਦੀ। ਸੋ ਤੁਸੀਂ ਜਿੱਦਾਂ ਕਿ ਪਹਿਲਾਂ ਗੱਲ ਕੀਤੀ ਕਿ ਜਿਹੜੇ ਕਿ ਸਟਾਮ ਫਰੋਜ਼ 50 ਸਾਲ ਤੋਂ ਉੱਪਰ ਦੇ ਉਹਨਾਂ ਲਈ ਤੁਸੀਂ ਜਾਣਦੇ ਹੋ ਕਿ ਜਿਹੜੇ ਕਿ ਇਹ ਸਟਾਮ ਚੱਲਣ, ਜਿਹੜੇ ਕਿ ਜੰਗ ਨੇ ਉਹਨਾਂ ਲਈ ਜਿਹੜੇ ਕਿ ਸਟਾਮ ਕੰਪਲੀਟ ਹੋ ਜਾਏ। ਪਰ ਜਿਹੜੇ ਕਿ ਇਹਦੇ ਨਾਲ ਜਿਹੜੇ ਲੋਕ ਆ ਜਿਹੜੇ ਕਿ ਕੋਈ ਬਿਮਾਰ ਆ, ਕੋਈ ਐਮਰਜੈਂਸੀ ਆ, ਤੇ ਉਹਨਾਂ ਨੂੰ ਲੱਗਦਾ ਕਿ ਉਹਨਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪਵੇਗਾ, ਕਿਉਂਕਿ ਜਦੋਂ ਟੋਕਨ ਲੈਣਾ ਪਊਗਾ, ਲੈਣਾ ਜੇ ਕਰਨਾ ਪਊਗਾ, ਜਿੱਥੇ ਕਿ ਇੱਥੇ ਲਗਾ ਕੇ ਬਹੁਤ ਸਾਰੇ ਰੋਜ਼ਗਾਰ ਵਾਲੇ ਬੰਦੇ ਸੀ ਜਿਨ੍ਹਾਂ ਕੋਈ ਇੱਕ ਨਹੀਂ ਤਾਂ ਦੂਜੇ ਕੰਮ ਕਰ ਲਿਆ, ਇੱਥੇ ਸਿਰਫ ਚੰਦ ਬੰਦਿਆਂ ਨੂੰ ਕੰਮ ਮਿਲੇ। ਇਸ ਤਰ੍ਹਾਂ ਜੀ ਇਹ ਜਿਹੜਾ ਟੋਕਨ ਸਿਸਟਮ ਹੈ ਨਾ, ਇਹਦੀ ਤਾਂ ਗੱਲ ਨਹੀਂ ਹੈ। ਸਗੋਂ ਅਸੀਂ ਇਹ ਕਹਿੰਦੇ ਦੋਨੋਂ ਪ੍ਰਣਾਲੀ ਚ ਤੁਹਾਨੂੰ ਪਤਾ ਲੱਗ ਜਾਏਗਾ ਕਿ ਸੇਲ ਕਿਹੜੇ ਪਾਸੇ ਜ਼ਿਆਦਾ ਹੈ, ਲੋਕਾਂ ਦੀ ਕੀ ਚੁਆਇਸ ਹੈ, ਮੈਨੂਅਲ ਚੁਆਇਸ ਹੈ ਕਿ ਈ ਸਟੈਂਪਿੰਗ ਚੁਆਇਸ ਹੈ। ਇੱਥੇ ਪਹਿਲੇ ਸਰਕਾਰ ਨੂੰ ਇਹ ਬਿਆਨ ਦੇ ਬੈਠੇ। ਸੋ ਜਿਹੜੇ ਕਿ ਇਹਦੇ ਵਿੱਚ ਤੁਹਾਡੇ ਜਿਹੜੇ ਕਿ ਕੁਝ ਸਟਾਂਪ ਉਹਨਾਂ ਨੂੰ ਮਿਲਣਗੇ, ਲਾਇਸੈਂਸ ਹੋਲਡਰਾਂ ਨੂੰ ਇਹ ਕਵਾਇਦ ਮਿਲੇਗੀ ਈ ਸਟੈਂਪਿੰਗ ਦੀ? ਨਹੀਂ ਉਹ ਤਾਂ ਈ ਸਟੈਂਪਿੰਗ ਤਾਂ ਉਹ ਦਿੰਦੇ ਨੇ, ਪਰ ਈ ਸਟੈਂਪਿੰਗ ਜਿਹੜੇ ਅਸੀਂ ਨਹੀਂ ਚਲਾਏ ਸੀ, ਕੰਪਿਊਟਰ ਜਾਣਦੇ ਹੀ ਨਹੀਂ, ਸਾਰੀ ਜ਼ਿੰਦਗੀ ਅਸੀਂ ਕੀਤਾ ਹੀ ਨਹੀਂ ਕੰਪਿਊਟਰ ਦਾ ਕੋਈ ਕੰਮ, ਸਾਨੂੰ ਇਹਦੇ ABC ਦੇ ਨਹੀਂ ਪਤਾ ਅਸੀਂ ਕਿਵੇਂ ਕਰ ਸਕਦੇ। ਪਰ ਇਹਦੇ ਵਿੱਚ ਇੱਕ ਹੋਰ ਵੀ ਗੱਲ ਨਾ ਕਿ ਜਿਹੜੀ ਚੁਣਿੰਦਾ ਕੁਝ ਬ੍ਰਾਂਡ ਨੇ ਉਹਨਾਂ ਦੇ ਹੀ ਪ੍ਰਿੰਟਰ ਜਾਂ ਕੁਝ ਚੂਜ਼ ਕਰਨ ਲਈ ਕਿਹਾ ਗਿਆ, ਉਹ ਕੀ ਉਹ ਤਾਂ ਸਟਾਕ ਹੋਲਡਿੰਗ ਵਾਲੇ ਕਹਿੰਦੇ ਕਿ ਉਹ ਉਹਨਾਂ ਦੀ ਕੋਈ ਪ੍ਰਿੰਟਰ ਹੈਗਾ HP ਵਾਲਿਆਂ ਦਾ ਵੀ ਉਹੀ ਵਰਤੋ ਜੀ। ਹਾਂਜੀ, ਕਿ ਦੂਜਾ ਪ੍ਰਿੰਟਰ ਕੀ ਉਸ ਨੂੰ ਸਹੀ ਨਹੀਂ ਕਰੇਗਾ? ਇਹ ਤਾਂ ਮੈਂ ਟੈਕਨੀਕਲ ਬੰਦਾ ਨਹੀਂ ਹੈਗਾ, ਇਹਦੇ ਬਾਰੇ ਤਾਂ ਮੈਂ ਕੁਝ ਨਹੀਂ ਕਹਿ ਸਕਦਾ। ਤੇ ਹੋਰ ਜਿਹੜੀਆਂ ਇੱਥੇ ਦਿੱਕਤਾਂ ਆਉਣ ਵਾਲੀਆਂ ਆ, ਇੱਕ ਤਾਂ ਬੇਰੋਜ਼ਗਾਰ ਹੋਣਗੇ ਲੋਕ, ਇੱਕ ਜਿਹੜਾ ਸਭ ਤੋਂ ਵੱਡੀ ਗੱਲ ਆ ਸਰਕਾਰ ਜਿੱਦਾਂ ਤੁਸੀਂ ਪਹਿਲਾਂ ਕਿਹਾ ਸੀ ਅਸੀਂ ਆਪਣੀ ਸਮਝ ਕੇ ਵੋਟਾਂ ਪਾਈਆਂ 18 ਅਰਬ ਜਿਹੜਾ ਕਿ ਪਹਿਲਾਂ 1800 ਅਰਬ ਦਾ ਪ੍ਰਿੰਟ ਨਾਸਿਕ ਦੇ ਵਿੱਚ ਪਿਆ, ਤੇ 100 ਅਰਬ ਦੀ ਗੱਲ ਕਰੀਏ ਅਸੀਂ ਇੱਥੇ 100 ਅਰਬ ਦੇ ਕਰੀਬ ਜਿਹੜਾ ਪੂਰੇ ਪੰਜਾਬ 'ਚ ਪਿਆ, ਤੇ ਬਾਕੀ ਇੰਡੀਆ ਦੇ ਹੋਰ ਵੀ ਸਟੇਟਾਂ 'ਚ ਪਿਆ ਹੋਊਗਾ। ਬਹੁਤ ਵੱਡਾ ਘਾਟਾ ਨਹੀਂ ਕਿ ਸਰਕਾਰ ਨੂੰ ਕੋਈ ਸਰਕਾਰ ਜਨਤਾ ਦੇ ਉੱਤੇ ਬੋਝ ਪਾਉਣ ਲੱਗੀ? ਅਸੀਂ ਤਾਂ ਇਹੀ ਕਹਿੰਦੇ ਕਿ ਸਰਕਾਰ ਉਹਨਾਂ ਜਿਹੜੇ ਛਪੇ ਸਟਾਮ ਨੇ ਉਹਨਾਂ ਨੂੰ ਸਰਕਾਰ ਯੂਜ਼ ਕਰਨ ਦੀ ਇਜਾਜ਼ਤ ਦੇਵੇ ਤਾਂ ਕਿ ਸਰਕਾਰ ਦੇ ਖਜ਼ਾਨੇ 'ਚ ਪੈਸਾ ਵੀ ਆਵੇ ਤੇ ਲੋਕਾਂ ਨੂੰ ਰੁਜ਼ਗਾਰ ਵੀ ਮਿਲਿਆ ਹੋਵੇ, ਲੋਕੀ ਰੁਜ਼ਗਾਰ ਤੋਂ ਵੀ ਨਾ ਵਾਂਝੇ ਗਏ। ਸੋ ਜਿਹੜੀ ਕਿ ਸਰਕਾਰ ਲੋਕਾਂ ਦਾ ਸਹਾਰਾ ਬਣ ਕੇ ਆਈ ਸੀ, ਅੱਜ ਲੋਕਾਂ ਦਾ ਗਲਾ ਘੋਟਣ ਲੱਗ ਗਈ ਆ। ਜਦੋਂ ਮਾਨ ਸਾਹਿਬ ਆਏ ਸੀ ਤਾਂ ਮਾਨ ਸਾਹਿਬ ਕਈ ਜਿੱਦਾਂ ਪਿੱਛੇ ਕੀ ਮੱਤੇਵਾੜੇ ਜੰਗਲਾਂ ਦੀ ਗੱਲ ਹੋਈ ਸੀ, ਉਹਨਾਂ ਨੇ ਪੱਲਾ ਝਾੜਦੇ ਗਿਆ ਸੀ ਕਿ ਕਾਂਗਰਸ ਸਰਕਾਰ ਵੱਲੋਂ ਇਹ ਕੀਤਾ ਗਿਆ ਸੀ, ਅਸੀਂ ਇਹਨੂੰ ਕਰ ਨਹੀਂ ਦੇਵਾਂਗੇ। ਪਰ ਹੁਣ ਮਾਨ ਸਾਹਿਬ ਤੁਸੀਂ ਕਿਉਂ ਨਹੀਂ ਬੋਲਦੇ? ਜਿਹੜਾ ਕਿ ਤੁਸੀਂ ਰੈਵਨਿਊ ਦੇ ਮੁੱਦੇ ਤੇ ਆਏ ਸੀ, ਐਡਾ ਵੱਡਾ ਰੈਵਨਿਊ ਤੁਸੀਂ ਕਹਿੰਦੇ ਸੀ ਅਸੀਂ ਲੈ ਕੇ ਆਵਾਂਗੇ, ਪੰਜਾਬ ਦੇ ਘਰ ਘਰ ਵਿੱਚ ਨੌਕਰੀ ਹੋਏਗੀ, ਪਰ ਤੁਸੀਂ ਆਂਦੇ ਹੀ ਜਿਹੜੇ ਕਿ ਸਾਡੇ ਬਜ਼ੁਰਗ ਆ ਜਿਹੜੇ ਕਈ ਸਾਲਾਂ ਦੇ ਉੱਤੋਂ ਦੀ ਸਟਾਂਪ ਫਰੋਜ਼ ਦਾ ਕੰਮ ਕਰਦੇ ਆ, ਕੁਝ ਤਹਿਸੀਲਾਂ ਦੇ ਵਿੱਚ ਕੰਮ ਕਰਦੇ, ਉਹਨਾਂ ਨੂੰ ਤੁਸੀਂ ਆਂਦੇ ਬੇਰੋਜ਼ਗਾਰ ਕਰਨ ਲੱਗ ਗਏ ਹੋ। ਸੋ ਇੱਕ ਭਾਈ ਸਾਹਿਬ ਸਾਡੇ ਨਾਲ ਬੈਠੇ, ਉਹਨਾਂ ਨੇ ਗੱਲ ਕਰਦੇ, ਭਾਈ ਸਾਹਿਬ ਪੂਰੇ ਮਾਮਲੇ ਨੂੰ ਦੇਖਦੇ ਕਿੱਦਾਂ ਤੁਸੀਂ ਲੱਗਦਾ ਤੁਹਾਨੂੰ ਆਉਣ ਵਾਲਾ ਭਵਿੱਖ ਜਿਹੜਾ ਪੰਜਾਬ ਦੀ ਉਜਵਲ ਹੋਏਗਾ? ਦੇਖੋ ਜੀ, ਸਰਕਾਰ ਜੋ ਚਾਹੁੰਦੀ ਹੈ ਉਸ ਹਿਸਾਬ ਨਾਲ ਪੇਪਰਲੈਸ ਤਾਂ ਕਰਨਾ ਚਾਹੀਦਾ, ਕੋਈ ਗੱਲ ਨਹੀਂ, ਪਰ ਜੇ
ਈ ਸਟੈਂਪ ਲੈਣ ਵਾਸਤੇ ਵੀ ਸਾਨੂੰ 4-4 5-5 ਫਾਰਮ ਫਾਲਤੂ ਲਾਣੇ ਪੈਣ, ਕਾਗਜ਼ਾਂ ਦੀ ਬਚਤ ਕਿੱਥੇ ਹੋ ਸਕਦੀ ਹੈ। ਸਰਕਾਰ ਦਾ ਕਹਿਣ ਦਾ ਮਤਲਬ ਹੈ ਵੀ ਈ ਸਟੈਂਪ ਨਾਲ ਵੀ ਕਾਗਜ਼ਾਂ ਦੀ ਬਚਤ ਕਰੋ, ਪੇਪਰਲੈਸ ਕਰੋ। ਲੇਕਿਨ ਜੇ ਆਪਾਂ 4-4 ਫਾਰਮ ਹੀ ਭਰਨੇ ਆ, ਇੱਕ ਫਾਰਮ ਭਰੋ, ਇੱਕ ਆਧਾਰ ਕਾਰਡ ਦੀ ਕਾਪੀ ਲਾਓ, ਇੱਕ ਸਰਕਾਰ ਕਾਗਜ਼ ਦਿੰਦੀ ਹੈ, ਇੱਕ ਉਸ ਤੋਂ ਬਾਅਦ ਟਾਈਪ ਕਰੋ, ਉਹ 4-5 ਕਾਗਜ਼ ਲੱਗਦੇ ਨੇ, ਫਿਰ ਪੇਪਰਲੈਸ ਕਿੱਥੋਂ ਹੋ ਗਿਆ। ਸਰਕਾਰ ਦਾ ਜਿਹੜਾ ਮਨਸਾ ਹੈ, ਮੰਨਦੇ ਆ ਵੀ ਠੀਕ ਹੈ, ਬਹੁਤ ਵਧੀਆ ਹੋਏਗੀ, ਲੇਕਿਨ ਪੇਪਰ ਦਾ ਨਾਲ ਲੱਗ ਰਿਹਾ ਨਾ ਜੀ। ਪੇਪਰਾਂ ਨੂੰ ਆਪਾਂ ਲੈਸ ਕਰਨ ਵਾਸਤੇ, ਘੱਟ ਤੋਂ ਘੱਟ ਪੇਪਰ ਲਾਉਣ ਵਾਸਤੇ ਆਪਾਂ ਇਹ ਚੀਜ਼ ਨੂੰ ਜਿਹੜੀ ਮੁਹਿੰਮ ਸਰਕਾਰ ਨੇ ਚਲਾਈ ਹੈ, ਲੇਕਿਨ ਉਹਦੇ ਲਈ ਕਿਤੇ ਨਾ ਕਿਤੇ ਸਰਕਾਰ ਨੂੰ ਉਹਦਾ ਨੁਕਸਾਨ ਦੂਜੇ ਪਾਸੇ ਵੀ ਚੱਲਣਾ ਪੈ ਸਕਦਾ ਹੈ। ਇਹ ਕੀ ਕਹਿਣਾ ਚਾਹੁੰਦੇ ਕਿ ਸਰਕਾਰ ਨੇ ਇਸ ਮਾਮਲੇ 'ਚ ਇੱਕ ਜਲਦਬਾਜ਼ੀ ਨਹੀਂ ਦਿਖਾਈ? ਜੇ ਸਰਕਾਰ ਆਈ ਹੈ, 5 ਮਹੀਨੇ ਹੋਣ ਲੱਗੇ ਆ, ਕਿ ਸਰਕਾਰ ਨੂੰ ਚਾਹੀਦਾ ਨਾ ਸੀ ਪਹਿਲਾਂ ਜਿਹੜੀ ਸਟੈਂਪ ਪੇਪਰ ਹੈ ਇਹ ਜਲਦ ਤੋਂ ਜਲਦ ਜਿਹੜੇ ਤੁਹਾਡੇ ਸਟੈਂਪ ਜਿਹੜੇ ਉਹਨਾਂ ਨੂੰ ਕਹਿਣਾ ਚਾਹੀਦਾ ਸੀ ਕਿ ਇਹ ਤੁਸੀਂ ਇੰਨੇ ਤੁਹਾਨੂੰ ਲਾਗੂ ਕਰਦੇ ਲੀਗਲ ਤੌਰ ਦੇ ਉੱਤੇ ਤੁਹਾਡੇ ਕੋਲ ਇਹ ਜਮ੍ਹਾਂ ਆ, ਜਦੋਂ ਇਹ ਖਤਮ ਹੋਣਗੇ ਫਿਰ ਅਗਲੀ ਕੰਮ ਸ਼ੁਰੂ ਹੋਊਗਾ, ਪਹਿਲਾਂ ਇਹਨਾਂ ਨੂੰ ਨਿਪਟਾਇਆ ਜਾਵੇ। ਜਿਹੜਾ ਪਿਛਲੀ ਛਪਾਈ ਬੰਦ ਕਰ ਦਿੱਤੀ ਜਾਵੇ, ਪਹਿਲਾਂ ਸਾਰੀਆਂ ਸਟੇਟਾਂ ਵਿੱਚ ਭੇਜ ਕੇ ਚਲਾਉਣੇ ਚਾਹੀਦੇ ਸੀ। ਹੁਣ ਸਰਕਾਰ ਨੇ ਇੱਕੋ ਦਮ ਜਿਹੜਾ ਕਿ ਇਹ 1 ਅਗਸਤ ਤੋਂ ਜਿਹੜਾ ਕਿ ਲਾਗੂ ਕਰ ਦਿੱਤਾ, ਲੱਗਦਾ ਕਿ ਰੈਵਨਿਊ ਵਧੇਗਾ, ਕਿ ਲੋਕੀ ਹੋਰ ਇਹ 'ਚ ਬੇਰੋਜ਼ਗਾਰ ਹੋ ਕੇ ਜਾਂ ਬੇਰੋਜ਼ਗਾਰੀ ਵਾਲੇ ਜਾਣਗੇ, ਜਾਂ ਫਿਰ ਜਿਨ੍ਹਾਂ ਨੇ ਰੋਜ਼ਗਾਰੀ ਸਿਰਫ ਇੱਥੇ ਸੀਗਾ ਉਹ ਕੀ ਕਰਨਗੇ, ਜਾਂ ਭੁੱਖਮਰੀ ਵੱਲ ਜਾਣਗੇ ਜਾਂ ਚੋਰੀ ਡਕੈਤੀ ਕਰਨਗੇ। ਬਿਲਕੁਲ ਜੀ, ਸਰਕਾਰ ਦੀ ਜਿਹੜੀ ਮਨਸਾ ਸੀ ਉਹ ਇੱਕ ਪਾਸੇ ਦੇਖਿਆ ਜਾਵੇ ਤਾਂ ਜਿਹੜੇ ਵਿਚਾਰੇ 25-30 ਸਾਲ ਤੋਂ ਲਗਾਤਾਰ ਸਟਾਂਪਰੋਸ਼ੀ ਦਾ ਕੰਮ ਕਰ ਰਹੇ ਆ, ਜਿਨ੍ਹਾਂ ਦੀ ਅੱਜ 50+ ਹੋ ਗਈ ਹੈ, ਉਹਨਾਂ ਨੂੰ ਇਸ ਚੀਜ਼ ਦੀ ਦਿੱਕਤ ਆ ਰਹੀ ਆ। ਉਹ ਕੰਪਿਊਟਰ ਨਹੀਂ ਲਾ ਸਕਦੇ ਵਿਚਾਰੇ, ਜੇ ਹੈਲਪਰ ਰੱਖਦੇ ਨੂੰ ਤਨਖਾਹਾਂ ਦੇਣੀਆਂ ਪੈਂਦੀਆਂ ਨੇ, ਖਰਚਾ ਇਹਨਾਂ ਨਿਕਲ ਨਹੀਂ ਸਕਦਾ, ਕਿ ਜਿਹੜੇ ਵਿਚਾਰੇ ਆਂਗੇ ਕਿ ਇਹਨੂੰ ਸਹੀ ਤਰੀਕੇ ਕੀਤਾ ਜਾਵੇ ਤਾਂ ਕਿ ਪੇਪਰ ਵੀ ਚੱਲਣ ਔਰ ਪੇਪਰਲੈਸ ਈ ਸਟੈਂਪਿੰਗ ਵੀ ਚੱਲ ਜਾਵੇ, ਜਿਹਦੇ ਨਾਲ ਕਿ ਲੋਕਾਂ ਨੂੰ ਵੀ ਰਾਹਤ ਮਿਲੇ। ਅੱਜ 6-7 ਦਿਨ ਹੋ ਗਏ ਲਗਾਤਾਰ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਲੋਕੀ ਸਵੇਰੇ 6-7 ਵਜੇ 8 ਵਜੇ ਆ ਜਾਂਦੇ ਆ, ਦੂਜੇ ਦਿਨ ਜਾ ਕੇ ਸਟਾਂਪ ਮਿਲਦੇ ਨੇ ਤੇ ਈ ਸਟੈਂਪ ਮਿਲਦੀ ਹੈ। ਬੜੀ ਦਿੱਕਤ ਆ ਰਹੀ ਹੈ ਤੇ ਇਸ ਕਰਕੇ ਪਲੀਜ਼ ਸਰਕਾਰ ਨੂੰ ਇਹੀ ਅਸੀਂ ਰਿਕੁਐਸਟ ਕਰਾਂਗੇ ਹੱਥ ਜੋੜ ਕੇ ਕਿ ਜੇ ਸਿਸਟਮ ਸਹੀ ਕੀਤਾ ਜਾਵੇ, ਜਾਂ ਤਾਂ ਸਰਕਾਰ ਇਹਨਾਂ ਨੂੰ ਨਾਲ ਪੇਪਰ ਦੇ ਨਾਲ ਮੈਨੂਅਲ ਸਟਾਂਪ ਵੀ ਇਸ਼ੂ ਕਰਨ ਦਾ ਹੀ ਆਰਡਰ ਦਿੱਤਾ ਦੇਵੇ ਤਾਂ ਬਹੁਤ ਵਧੀਆ ਹੋਊਗਾ, ਤਾਂ ਕਿ ਲੋਕਾਂ ਨੂੰ ਰੁਜ਼ਗਾਰ ਉਹਨਾਂ ਦਾ ਕਾਇਮ ਰਹੇ। ਸੋ ਅਸੀਂ ਫਿਰ ਉਹੀ ਗੱਲਾਂ ਕਰਦੇ ਹਾਂ ਕਿ ਸਰਕਾਰ ਜਿਹੜੀ ਮਰਜ਼ੀ ਆਵੇ, ਪਰ ਲੋਕਾਂ ਦਾ ਭਲਾ ਕਰਨ ਵਾਲੀ ਸਰਕਾਰ ਸ਼ਾਇਦ ਭਾਰਤ ਦੇ ਵਿੱਚ ਨਹੀਂ ਆ ਸਕਦੀ, ਕਿਉਂਕਿ ਇਹ ਭਾਰਤ ਦੇ ਵਿੱਚ ਜਿਹੜਾ ਕੀ ਆ ਨਸ ਦੇ ਵਿੱਚ ਕਰਪਸ਼ਨ ਵਸੀ ਹੋਈ ਆ। ਕਾਰਪੋਰੇਟ ਘਰਾਣਿਆਂ ਨੂੰ ਇੱਕ ਵੱਡਾ ਜਿਹੜਾ ਕਿ ਟੈਂਡਰ ਦੇ ਦਿੱਤਾ ਗਿਆ ਜਿਹੜਾ ਕਿ ਸਟਾਂਪ ਰੋਜ਼ ਦਾ, ਉਹਦੇ ਵਿੱਚ ਗੱਲ ਕਰੀਏ ਤਾਂ ਜਿਹੜੇ ਪ੍ਰਿੰਟਰ ਤੋਂ ਲੈ ਕੇ ਉਹ ਕਾਗਜ਼ ਤੱਕ ਦੀ ਜਿਹੜੀ ਬਚਤ ਕਰਨ ਦੀ ਗੱਲ ਕੀਤੀ ਜਾਂਦੀ, ਪੇਪਰਲੈਸ ਕਰਨ ਦੀ ਗੱਲ ਕੀਤੀ ਜਾਂਦੀ ਸੀ ਅੱਜ। ਪਰ ਜਿੱਥੇ ਕਿ ਇੱਕ ਸਟਾਂਪ ਪੇਪਰ ਲੱਗਦਾ ਹੁੰਦਾ ਸੀ ਉੱਥੇ ਸਾਰਾ ਕੁਝ ਟੈਪ ਹੋ ਜਾਂਦਾ ਸੀ, ਤਾਂ ਇੱਕ ਵਾਈਟ ਜੇ ਵੱਧ ਕੁਝ ਲਿਖਣਾ ਹੁੰਦਾ ਸੀ ਲੇਕਿਨ ਨਾਲ ਗ੍ਰੀਨ ਪੇਪਰ ਲੱਗਦਾ ਸੀ, ਪਰ ਹੁਣ ਉੱਤੇ 4-4 ਪੇਪਰ ਲੱਗਣਗੇ। ਪੇਪਰਲੈਸ ਤਾਂ ਨਹੀਂ ਹੋਇਆ, ਪੇਪਰ ਮੋਰ ਹੋ ਗਿਆ। ਸੋ ਇੱਥੇ ਜ਼ਮਾਨੇ ਦੀ ਗੱਲ ਕਰਦੇ ਆ। ਸੋ ਨਾਲ ਹੋਰ ਭਾਈ ਸਾਹਿਬ ਬੇਟੇ ਨਾਲ ਗੱਲ ਕਰਦੇ ਆ। ਭਾਈ ਸਾਹਿਬ, ਤੁਹਾਡਾ ਪੂਰੇ ਮਾਮਲਾ ਜਿੱਦਾਂ ਤੁਸੀਂ ਕੋਲ ਵਿੱਚ ਹੋਇਆ, ਕੀ ਕਹਿਣਾ ਪੂਰੇ ਮਾਮਲੇ ਬਾਰੇ? ਸਰ ਮੈਂ ਤਾਂ ਇਹੀ ਕਹਿੰਦਾ ਵੀ ਗੌਰਮੈਂਟ ਨੂੰ ਦੋਨੋਂ ਆਪਸ਼ਨ ਰੱਖ ਕੇ ਚੱਲਣੀ ਚਾਹੀਦੀ ਹੈ, ਈ ਸਟੈਂਪਿੰਗ ਵੀ ਤੇ ਮੈਨੂਅਲ ਵੀ, ਤੇ ਜਿਹਦੇ ਨਾਲ ਕਿ ਸਾਡਾ ਰੁਜ਼ਗਾਰ ਬਚਿਆ ਰਹੇਗਾ। ਤੇ ਸਾਡੀ ਇਹੀ ਮੰਗ ਹੈ ਕਿ ਪਬਲਿਕ ਨੂੰ ਸਹੂਲਤ ਹੋਵੇ। ਸੋ ਪਤਾ ਨਹੀਂ ਵਿੱਚ ਲਾਸਟ ਤੱਕ ਕੀ ਮੰਗ ਕਰਨਾ ਚਾਹੁੰਦੇ ਸਰਕਾਰ ਨੂੰ। ਤੇ ਫਿਰ ਇੱਕ ਵਾਰ ਸਵਾਲ ਉੱਥੇ ਆ ਜਾਂਦਾ ਕਿ ਜਿਹੜਾ ਇੰਨੇ ਹਜ਼ਾਰ ਅਰਬ ਰੁਪਇਆ ਸਾਡਾ ਵੇਸਟੇਜ ਹੋਗਾ, ਉਹ ਸਰਕਾਰ ਕਿਸ ਖਾਤੇ ਪਾਏਗੀ? ਇਹ ਤਾਂ ਸਰਕਾਰ ਨੇ ਦੇਖਣਾ ਉਹ ਕਿਸ ਖਾਤੇ ਪਾਉਂਦੇ ਨੇ। ਅਸੀਂ ਤਾਂ ਇਹੀ ਸਰਕਾਰ ਨੂੰ ਰਿਕੁਐਸਟ ਕਰਦੇ ਆ ਕਿ ਈ ਸਟੈਂਪਿੰਗ ਦੇ ਨਾਲ ਮੈਨੂਅਲ ਚਲਾਉਣ, ਤਾਂ ਕਿ ਉਹਨਾਂ ਨੂੰ ਪਬਲਿਕ ਦੀ ਚੁਆਇਸ ਵੀ ਪਤਾ ਲੱਗ ਜਾਏ ਕਿ ਉਹਨਾਂ ਦਾ ਜਿਹੜਾ ਛਪਿਆ ਮਾਲ ਹੈ ਉਹ ਵੀ ਉਹਨਾਂ ਦਾ ਖਜ਼ਾਨੇ 'ਚ ਪੈਸਾ ਆ ਸਕੇ। ਸੋ ਪ੍ਰਧਾਨ ਸਾਹਿਬ ਵੱਲੋਂ ਵੀ ਇੱਕ ਅਪੀਲ ਕੀਤੀ ਜਾ ਰਹੀ ਹੈ। ਸੋ ਲੋਕਲ ਜਿਹੜੇ ਲੋਕ ਇੱਥੇ ਆਉਂਦੇ ਨੇ ਉਹਨਾਂ ਨੂੰ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ, ਉਹਨਾਂ ਦਾ ਕੀ ਕਹਿਣਾ। ਸੋ ਇੱਕ ਭਾਈ ਸਾਹਿਬ ਜਿਹੜੇ ਕੀ ਆ, ਅਸੀਂ ਬੈਠੇ ਸਾਡੇ ਵੀ ਇੱਥੇ ਕਾਗਜ਼ ਲੈ ਕੇ ਆਏ ਆਪਣੇ, ਉਹਨਾਂ ਨਾਲ ਗੱਲ ਕਰਦੇ ਸਰ ਕੀ ਕਰਾਣੇ ਹੋ ਸਟਾਂਪ ਤੁਹਾਡੇ ਹੱਥ 'ਚ ਫੜੇ? ਸਰ ਇੱਕ ਐਫੀਡੇਵਿਟ ਕਰਾਉਣਾ ਸੀ, ਜਿਹਦੇ ਕਰਕੇ ਮੈਂ ਸਟਾਂਪ ਲੈਣ ਆਇਆ ਵਾ। ਇੱਕ ਸਿੰਪਲ ਮੇਰਾ ਸੇਮ ਪਰਸਨ ਦਾ ਐਫੀਡੇਵਿਟ ਸੀਗਾ, ਜਿਸ ਕਰਕੇ ਮੈਂ 3 ਦਿਨਾਂ ਤੋਂ ਅੱਜ ਦੌੜ ਰਿਹਾ ਵਾਂ। ਕਦੇ ਕਹਿੰਦੇ ਆ ਕਿ ਆਧਾਰ ਕਾਰਡ ਲੈ ਕੇ ਆਓ, ਤਾਂ ਕਦੇ ਕਹਿੰਦੇ ਆ ਕਿ ਤੁਸੀਂ ਇਹ ਇੱਥੇ ਫਾਰਮ ਭਰੋ, ਤਾਂ ਕਦੇ ਕਹਿੰਦੇ ਆ ਸੇਵਾ ਕੇਂਦਰ ਜਾਓ, ਸੇਵਾ ਕੇਂਦਰ ਜਾਓ ਤਾਂ ਉੱਥੇ 300 ਤੋਂ ਉੱਪਰ ਨੰਬਰ ਮਿਲਦਾ ਸਵੇਰੇ 10 ਵਜੇ, ਫਿਰ ਵੀ ਸਾਨੂੰ ਸਟਾਂਪ ਨਹੀਂ ਮਿਲਦਾ। ਆਪਾਂ 3 ਦਿਨ ਤੋਂ ਗੇੜਾ ਪਾ ਰਹੇ ਹਾਂ, ਪਰ ਫਿਰ ਵੀ ਆਪਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ। ਆਪਾਂ ਕਈ ਵਾਰੀ ਦਿਲ ਕਰਦਾ ਕਿ ਇੱਥੇ ਫਾਈਨ ਸੁੱਟ ਦਈਏ, ਤੇ ਪਰ ਵਾਪਸ ਚਲੇ ਜਾਈਏ, ਫਿਰ ਉੱਥੇ ਬੈਂਕ ਜਾਓ ਜਾਂ ਸੇਵਾ ਕੇਂਦਰ ਜਾਓ, ਉੱਥੇ ਫਿਰ ਵੀ ਕਹਿੰਦੇ ਆ ਕਿ ਤੁਸੀਂ ਨਹੀਂ ਆਪਣਾ ਐਫੀਡੇਵਿਟ ਕਰਾ ਕੇ ਹੀ ਲਿਆਓ। ਸੋ ਇੱਕ ਛੋਟੇ ਜਿਹੇ ਕੰਮ ਲਈ ਤੁਹਾਨੂੰ 3 ਦਿਨ ਹੋ ਗਏ ਆ। ਜੇ ਪਹਿਲੇ ਗੱਲ ਕਰੀਏ, ਪਹਿਲਾਂ ਸਟਾਂਪ ਪੇਪਰ ਹੁੰਦਾ ਸੀ, ਉੱਤੇ ਟਾਈਪ ਕਰਾ ਕੇ ਨਾਰਮਲੀ ਕੰਮ ਹੋ ਜਾਂਦਾ ਸੀਗਾ, ਉਹ ਵੀ ਸਰਕਾਰ ਦਾ ਸਟਾਂਪ ਪੇਪਰ ਹੁੰਦਾ ਸੀ ਜਿਹੜਾ ਕਿ ਵੈਧ ਹੁੰਦਾ ਸੀ। ਪਰ ਅੱਜ ਜਿਹੜਾ ਕਿ ਸਰਕਾਰ ਨੇ ਪੜ੍ਹਿਆ ਲਿਖਿਆ ਜ਼ਮਾਨਾ ਕਹਿ ਕੇ, ਇੱਕ ਪੇਪਰਲੈਸ ਕਹਿ ਕੇ, ਇੱਕ ਅੱਜ ਜਿਹੜਾ ਕਿ ਈ ਸਟਾਂਪ ਪੇਪਰ, ਤੁਸੀਂ ਇਹਨੂੰ ਕਿੱਦਾਂ ਦੇਖਦੇ ਹੋ, ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ? ਕਿ ਤੁਹਾਨੂੰ
ਲੱਗਦਾ ਕਿ ਕੁਝ ਜਨਤਾ ਦਾ ਸੁਧਾਰ ਹੋਏਗਾ ਕਿ ਜਨਤਾ ਨੂੰ ਉਲਟਾ ਲੁੱਟਿਆ ਜਾਏਗਾ, ਕਿਉਂਕਿ ਟੋਕਨ ਜਿਹੜਾ ਪਹਿਲਾਂ ਪੈਸੇ ਦਊਗਾ ਉਹਨੂੰ ਮਿਲ ਜੂਗਾ ਜਾਂ ਜਿਹਦਾ ਪੈਸਾ ਮੈਂ ਪਹਿਲਾਂ ਕੰਮ ਹੋ ਜੂਗਾ, ਜਿੱਥੇ ਕਿ ਪਹਿਲਾਂ ਬਹੁਤ ਸਾਰੇ ਲੋਕਾਂ ਦਾ ਰੋਜ਼ਗਾਰ ਵੀ ਚੱਲਦਾ ਸੀ, ਪਰ ਹੁਣ ਸਿਰਫ ਕਾਰਪੋਰੇਟ ਘਰਾਣਾ ਚੱਲੂਗਾ। ਕੀ ਕਹਿੰਦੇ ਸਰ ਪਹਿਲਾਂ ਤਾਂ ਆਓ ਤੇ ਨਾਲੇ ਸਟਾਮ ਨਾਲ ਹੀ ਮਿਲ ਜਾਂਦਾ ਸੀ ਤੇ ਇੱਕ ਦਿਹਾੜੀ 'ਚ ਸਾਡਾ ਕੰਮ ਹੋ ਜਾਂਦਾ ਸੀ, ਪਰ ਸਰ ਹੁਣ ਤਾਂ ਅੱਜ ਸਾਨੂੰ 3 ਦਿਨ ਤੋਂ ਸਟਾਮ ਹੀ ਨਹੀਂ ਮਿਲ ਰਿਹਾ ਤਾਂ ਕੰਮ ਹੋਣ ਦੀ ਤਾਂ ਗੱਲ ਹੀ ਖਤਮ ਹੋ ਗਈ। ਫਿਰ ਪਤਾ ਨਹੀਂ ਲੱਗਦਾ ਕਿ ਪੰਜਾਬ ਸਰਕਾਰ ਦਾ ਸਟੈਂਪ ਪੇਪਰ ਹੈ ਜਾਂ ਸਟਾਕ ਹੋਲਡਿੰਗ ਆ, ਇਹ ਤਾਂ ਪਤਾ ਲੱਗਦਾ ਕਿ ਪ੍ਰਾਈਵੇਟ ਕੰਪਨੀ ਸਾਨੂੰ ਕੋਈ ਸਟੈਂਪ ਦੇ ਰਹੀ ਹੈ। ਪਹਿਲਾਂ ਪੰਜਾਬ ਸਰਕਾਰ ਲਿਖਿਆ ਹੁੰਦਾ ਤੇ ਸਟਾਂਪ ਤੇ ਪਤਾ ਲੱਗਦਾ ਸੀ ਚਲੋ ਗਵਰਨਮੈਂਟ ਨੂੰ ਜਾ ਰਿਹਾ, ਹੁਣ ਤਾਂ ਲੱਗਦਾ ਕਿ ਕਿਸੇ ਪ੍ਰਾਈਵੇਟ ਕੰਪਨੀ ਨੂੰ ਜਾ ਰਿਹਾ ਪੈਸਾ, ਤੇ ਸਾਨੂੰ ਇਹਦੇ ਨਾਲ ਬਹੁਤ ਜ਼ਿਆਦਾ ਉਹ ਦਿੱਕਤ ਆ ਰਹੀ ਹੈ ਸਟਾਂਪ ਲੈਣ 'ਚ। 3 ਦਿਹਾੜੀਆਂ ਉਦਾਂ ਟੁੱਟ ਗਈਆਂ, ਇਹਦੇ ਵਿੱਚ ਕੰਮ ਰੋਜ਼ਗਾਰ ਤੋਂ ਉਦਾਂ ਗਏ, ਫਿਰ ਇੱਥੇ ਖੱਜਲ ਖਰਾਬ ਹੋ ਗਏ। ਕੀ ਕਹਿਣਾ ਚਾਹੁੰਦੇ ਹੋ ਸਰਕਾਰਾਂ ਦੀਆਂ ਸਮੇਂ ਦੀਆਂ? ਸਰਕਾਰ ਸਰ ਸਮੇਂ ਨੂੰ ਬਹੁਤ ਜ਼ਿਆਦਾ ਹੀ ਆਮ ਲੋਕਾਂ ਦੇ ਬਰਬਾਦ ਕਰ ਰਹੀ ਹੈ, ਜਿਸ ਦੇ ਕਰਕੇ ਆਮ ਲੋਕਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਤੇ ਆਮ ਲੋਕਾਂ ਨੂੰ ਸਰਕਾਰ ਨੂੰ ਆਮ ਲੋਕਾਂ ਬਾਰੇ ਸੋਚਣਾ ਚਾਹੀਦਾ ਵਾ ਤੇ ਸਰਕਾਰ ਇਸ ਬਾਰੇ ਸੋਚੇ ਕਿ ਆਮ ਲੋਕਾਂ ਦਾ ਕਿਸ ਤਰ੍ਹਾਂ ਭਲਾ ਹੋ ਸਕੇ, ਤੇ ਸਰਕਾਰ ਹੋ ਸਕੇ ਤਾਂ ਮੈਨੂਅਲ ਸਟਾਰਟ ਕਰ ਦੇਵੇ ਤਾਂ ਕਿ ਆਮ ਲੋਕਾਂ ਨੂੰ ਜਲਦ ਤੋਂ ਜਲਦ ਫਾਇਦਾ ਪਹੁੰਚ ਸਕੇ। ਸੋ ਦਿਖਾ ਦਈਏ ਕਿ ਤੁਹਾਨੂੰ ਇੱਕ ਛੋਟੇ ਜਿਹੇ ਕੰਮ ਲਈ ਇਸ ਸ਼ਖਸ ਨੂੰ 3 ਦਿਨ ਹੋ ਗਏ ਆ, 3 ਦਿਨ ਕਚਹਿਰੀਆਂ ਦੇ ਵਿੱਚ ਘੁੰਮ ਰਿਹਾ ਸਟਾਂਪ ਲਈ, ਜਿਹੜਾ ਕਿ ਇੱਕ ਪਹਿਲਾਂ ਦੀ ਗੱਲ ਕਰੀਏ ਤਾਂ ਇੱਕ ਸਟਾਂਪ ਪੇਪਰ ਲੈ ਕੇ ਸਿਰਫ ਚੰਦ ਮਿੰਟਾਂ ਦਾ ਕੰਮ ਹੁੰਦਾ ਸੀਗਾ ਜਾਂ ਚੰਦ ਘੰਟਿਆਂ ਦਾ ਕੰਮ ਹੁੰਦਾ, ਜਿਹਦੇ ਵਿੱਚ 3 ਦਿਨ ਤੋਂ ਸ਼ਖਸ ਆਪਣੀਆਂ ਦਿਹਾੜੀਆਂ ਤੋੜ ਕੇ ਰੁਲਦਾ ਫਿਰਦਾ। ਇੱਕ ਤਾਂ ਜਿਹੜਾ ਕਿ ਕੰਮ ਜੋ ਇਹ ਕਰਦੇ ਆ ਉਹ ਤੋਂ ਦਿਹਾੜੀਆਂ ਟੁੱਟਦੀਆਂ ਪਈਆਂ, ਇੱਕ ਇੱਥੇ ਜਿਹੜਾ ਖੱਜਲ ਖਰਾਬ ਹੋ ਰਿਹਾ। ਸੋ ਮਾਨ ਸਾਹਿਬ, ਉਮੀਦਾਂ ਸੀ ਲੋਕਾਂ ਨੂੰ ਤੁਹਾਡੇ ਤੋਂ, ਪਰ ਤੁਸੀਂ ਆ ਕੇ ਜਿਹੜੇ ਅੱਖਾਂ ਬੰਦ ਕਰਕੇ ਫੈਸਲੇ ਲੈ ਰਹੇ ਹੋ, ਸ਼ਾਇਦ ਇਹ ਦਿੱਲੀ ਦੀ ਤਰਫ ਤੇ ਲੈ ਰਹੇ ਹੋ, ਪਰ ਦਿੱਲੀ ਦੇ ਜਿਹੜੇ ਕੀ ਆ ਹੁਕਮਰਾਨ ਹੈ ਉਹਨਾਂ ਨੂੰ ਇਹ ਵੀ ਪਤਾ ਲੱਗਣਾ ਚਾਹੀਦਾ ਕਿ ਇਹ ਪੰਜਾਬ ਆ, ਇੱਥੇ ਦਿੱਲੀ ਦੇ ਵਿੱਚ ਤਾਂ ਉਹਨਾਂ ਦੀ ਸਰਕਾਰ ਦੂਜੀ ਵਾਰ ਬਣੀ ਆ, ਪਰ ਮਾਨ ਸਾਹਿਬ ਇਹ ਤਾਂ ਤੁਹਾਡੀ ਪਹਿਲੀ ਵਾਰ ਸਰਕਾਰ ਬਣੀ ਆ। ਜੋ ਵੀ ਫੈਸਲੇ ਲੈਣੇ ਆ ਉਹ ਤੁਹਾਡੇ ਲਈ ਬੜੇ ਔਖੇ ਨੇ। ਪੰਜਾਬ ਦੇ ਤੁਸੀਂ ਪੁੱਤਰ ਹੋ, ਤੁਹਾਨੂੰ ਪੰਜਾਬੀਆਂ ਨੇ ਤਾਂ ਜਿਤਾਇਆ ਸੀ ਵੀ ਤੁਸੀਂ ਪੰਜਾਬੀਆਂ ਦੇ ਦੁੱਖ ਦਰਦ ਘੱਟ ਕਰ ਸਕੋ, ਪਰ ਜਿਹੜੇ ਤੁਸੀਂ ਪੰਜਾਬੀਆਂ ਨੂੰ ਰੋਲ ਰਹੇ ਹੋ ਸ਼ਾਇਦ ਆਉਣ ਵਾਲਾ ਸਮਾਂ ਤੁਹਾਨੂੰ ਖੁਦ ਹੀ ਸਾਹਮਣੇ ਆ ਜਾਏਗਾ। ਸੋ ਹੋਰ ਵੀ ਇੱਥੇ ਭਾਈ ਸਾਹਿਬ ਆਉਂਦੇ ਨੇ, ਉਹਨਾਂ ਨਾਲ ਗੱਲ ਕਰਦੇ। ਸੋ ਭਾਈ ਸਾਹਿਬ ਇੱਧਰ ਆਓ। ਇਸ ਇੱਕ ਜਗ੍ਹਾ ਬਹਿ ਕੇ ਇੰਟਰਵਿਊ ਤਾਂ ਕੀਤੀ ਜਿਹੜੀ ਕਿ ਬਾਹਰ ਬਹੁਤ ਸਾਰੀ ਗਰਮੀ ਹੈ। ਸੋ ਇੱਥੇ ਭਾਈ ਸਾਹਿਬ ਵੀ ਇੱਥੇ ਬਾਹਰ ਸਟਾਂਪ ਲਈ ਇਦੋਂ ਤੋਂ ਗੇੜਾ ਮਾਰ ਸੀ, ਗੱਲ ਕਰਦੇ। ਭਾਈ ਸਾਹਿਬ ਸੱਚ ਸਟਾਂਪ ਪੇਪਰ ਦੀ ਲਈ ਗੇੜੇ ਮਾਰ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਇਸ ਸਟੈਂਪਿੰਗ ਚੱਲ ਰਹੀ ਹੈ, ਸਟਾਂਪ ਮਿਲੇ ਨਹੀਂ ਰਿਹਾ ਜੀ ਕਿਸੇ ਕੋਲੇ। ਇਸ ਸਟੈਂਪਿੰਗ 1-2 ਜਗ੍ਹਾ ਤੇ ਸਟਾਰਟ ਹੋਇਆ, ਉਹਨਾਂ ਕੋਲੇ ਲਾਈਨਾਂ ਲੱਗੀਆਂ ਹੋਈਆਂ ਨੇ, ਦੇ ਨਹੀਂ ਰਹੇ ਸਟਾਂਪ। ਅੱਜ ਆਇਓ ਕੱਲ ਆਇਓ, ਇਸ ਨਾਲ ਤਾਂ ਮੈਨੂਅਲੀ ਵਧੀਆ ਸੀਗਾ, ਜਿਹੜਾ ਰੂਟੀਨ 'ਚ ਮਿਲੀ ਤਾਂ ਜਾਂਦੇ ਸੀਗੇ ਹਰੇਕ ਜਗ੍ਹਾ ਤੋਂ। ਹੁਣ ਇਸ ਸਟੈਂਪ ਤਾਂ ਹੁਣ 1-2 ਜਗ੍ਹਾ ਤੇ ਮਤਲਬ ਬੜੀ ਮੁਸ਼ਕਲ ਨਾਲ ਸਟਾਰਟ ਹੋਇਆ ਹੋਣਾ। ਮੈਂ ਕਹਿੰਦਾ ਸਾਰੀ ਕਚਹਿਰੀ 'ਚ 2 ਜਗ੍ਹਾ ਤੇ ਸਟਾਰਟ ਹੋਇਆ, ਜਦੋਂ ਜਾਂਦੇ ਆ ਕੱਲ ਆਇਆ ਜੀ, ਮਿਲਦਾ ਹੀ ਨਹੀਂਗਾ ਸਟਾਂਪ ਨਾਲ। ਪੁਰਾਣੀਆਂ ਸਰਕਾਰਾਂ ਦੀ ਗੱਲ ਕਰਦੇ ਸੀ, ਬਹੁਤ ਲੁੱਟਿਆ, ਸਭ ਲੋਕ ਮੰਨਦੇ ਆ ਬਹੁਤ ਲੁੱਟਿਆ, ਹਾਂਜੀ, ਪਰ ਕੁੱਟਿਆ ਵੀ ਤਾਂ ਕੁੱਟਿਆ। ਮਾਨ ਸਾਹਿਬ ਦੀ ਸਰਕਾਰ ਆਈ ਹੈ, ਆਮ ਆਦਮੀ ਸਰਕਾਰ ਆਈ, ਜ਼ਿਆਦਾਤਰ ਮਾਨ ਸਾਹਿਬ ਦੀ ਕਹਿਣਾ ਚਾਹਾਂਗਾ, ਕਿਉਂਕਿ ਮਾਨ ਸਾਹਿਬ ਦੇ ਪੰਜਾਬੀ ਪੁੱਤਰ ਹੋਣ ਵਾਲੇ ਲੋਕਾਂ ਨੇ ਵਿਸ਼ਵਾਸ ਕੀਤਾ। ਲੱਗਦਾ ਕਿ ਪੰਜਾਬ ਲਈ ਖਰੇ ਉਤਰ ਰਹੇ ਆ ਕਿ ਲੋਕਾਂ ਨਾਲ ਪੁਰਾਣੇ ਜ਼ਮਾਨੇ ਨਾਲ ਵੱਧ ਧੱਕਾ ਹੋ ਰਿਹਾ, ਕਿਉਂਕਿ ਪਹਿਲਾਂ ਵੀ ਅਸੀਂ ਸ਼ਾਇਦ ਤੁਹਾਡੀ ਨੌਲੇਜ ਦੀ ਗੱਲ ਕਰ ਲਈਏ ਕਿ 8-9 ਅਰਬ ਦਾ ਜਿਹੜਾ ਕਿ ਸਟਾਂਪ ਪੇਪਰ ਸਿਰਫ ਲੁਧਿਆਣਾ ਦੇ ਵਿੱਚ ਗਿਆ ਹੈ, ਤੇ ਜੇ ਪੂਰੇ ਪੰਜਾਬ ਦੀ ਗੱਲ ਕਰੀਏ ਤੇ ਘੱਟੋ ਘੱਟ ਜਿਹਦਾ 100 ਅਰਬ ਦੇ ਕਰੀਬ ਜਿਹੜਾ ਕੀ ਹੈ ਉਹ ਸਟਾਂਪ ਪੇਪਰ ਬਕਾਰ ਹੋਏਗਾ ਪੰਜਾਬ ਦਾ। ਕੀ ਕਹਿਣਾ ਚਾਹੁੰਦੇ ਇਸ ਨੂੰ ਸੁਣ ਕੇ? ਇਹੀ ਕਹਿਣਾ ਚਾਹਣਾ ਜੀ, ਪਬਲਿਕ ਨੂੰ ਤਾਂ ਹਰਾਸਮੈਂਟ ਹੋ ਰਹੀ ਹੈ ਨਾ। ਗਵਰਨਮੈਂਟ ਦੇ ਕੋਲ ਪਿਆ ਚਾਹੇ 100 ਅਰਬ ਦਾ ਪਿਆ, ਜਿੰਨੇ ਦਾ ਮਰਜ਼ੀ ਪਿਆ, ਉਹਨੂੰ ਕਿਸੇ ਤਰੀਕੇ ਨਾਲ ਮਤਲਬ ਈ ਸਟੈਂਪਿੰਗ ਸਟਾਰਟ ਕਰਦੇ, ਨਾਲ ਉਹਨੂੰ ਪੈਰਲਲ ਚਾਲੂ ਰੱਖਦੇ, ਤੇ ਪਬਲਿਕ ਨੂੰ ਤਾਂ ਨਾ ਹਰਾਸਮੈਂਟ ਕਰਨਾ ਪੈਂਦਾ। ਪਰ ਉਹ ਜਿਹੜਾ ਕਿ 100 ਅਰਬ ਰੁਪਇਆ ਹੁਣ ਖਰਾਬ ਹੋਏਗਾ, ਉਹ 100 ਅਰਬ ਦਾ ਕਿੱਦਾਂ ਦੇਖਦੇ ਹੋ? ਉਹ ਹੈ ਤਾਂ ਜਨਤਾ ਦਾ ਸੀਗਾ, ਜਨਤਾ ਜੇ ਉਹ ਸਰਕਾਰ ਦੇ ਕੋਲ ਜਾਂਦਾ, ਸਰਕਾਰ ਕਿੱਤਿਆਂ ਦੇ ਵਿੱਚ ਪਾਉਂਦੀ, ਸਕੂਲਾਂ ਦੇ ਵਿੱਚ ਪਾਉਂਦੀ, ਸੜਕਾਂ ਬਣਾਉਂਦੀ, ਲਾਈਟਾਂ ਲਵਾਉਂਦੀ, ਜਾਂ ਆਪਣੇ ਮਨ ਮਰਜ਼ੀ ਦੀ ਜੋ ਇੱਥੇ ਮੁਹੱਲਾ ਕਲੀਨਿਕ ਖੋਲਣਾ ਚਾਹੁੰਦੇ ਆ। ਸੁਵਿਧਾ ਸੈਂਟਰ ਤਾਂ ਅੱਗੇ ਹੀ ਬੰਦ ਆ, ਤਾਂ ਹੁਣ ਸੁਵਿਧਾ ਸੈਂਟਰਾਂ ਵਿੱਚ ਹੀ ਸਟੈਂਪਿੰਗ ਦੀ ਗੱਲ ਕੀਤੀ ਜਾਂਦੀ ਹੈ। ਲੱਗਦਾ ਤੁਹਾਨੂੰ ਲੋਕਾਂ ਨੂੰ ਇਨਸਾਫ ਮਿਲੇਗਾ ਕਿ ਉਹੀ ਪੁਰਾਣਾ ਜਿੱਦਾਂ ਆਧਾਰ ਕਾਰਡ ਬਣਾਉਣ ਵੇਲੇ ਵੀ ਰਿਸ਼ਵਤ ਦੇ ਕੇ ਆਧਾਰ ਕਾਰਡ ਪਹਿਲਾਂ ਬਣ ਜਾਂਦਾ ਸੀਗਾ, ਤੇ ਜਿੱਦਾਂ ਉਦਾਂ ਹੀ ਹੁਣ ਤੁਹਾਨੂੰ ਸਟਾਂਪ ਪੇਪਰ ਮਿਲੇਗਾ? ਬਿਲਕੁਲ ਜੀ, ਬਿਲਕੁਲ। ਕੀ ਕਹਿਣਾ ਚਾਹੁੰਦੇ? ਮਾੜਾ ਹੀ ਹਾਲ ਨੇ ਜੀ, ਤੇ ਹੁਣ ਅੱਜ ਦੀ ਡੇਟ 'ਚ ਤਾਂ ਮਾੜਾ ਹੀ ਹਾਲ ਨੇ। ਕੰਮ ਕਰਦੇ ਕੋਈ ਮਤਲਬ ਗੇੜੇ ਮਾਰੀ ਜਾਓ, ਵਾਪਸ ਆਈ ਜਾਓ, ਚਲੇ ਜਾਓ ਕਚਹਿਰੀ 'ਚ। ਸ਼ਾਮ ਹੀ ਨਹੀਂ ਆਉਣ ਦਾ, ਬਾਕੀ ਕੰਮ ਤਾਂ ਬਾਅਦ ਦੀਆਂ ਗੱਲਾਂ ਨੇ। ਸ਼ਾਮ ਤੋਂ ਹੀ ਕੰਮ ਸਟਾਰਟ ਹੁੰਦਾ, ਕਿਸੇ ਵੀ ਕੰਮ ਕਰਾਉਣਾ ਆਪਾਂ, ਗੱਡੀ ਦਾ ਸੇਲ ਕਰਨੀ ਆ ਜਾਂ ਪਰਚੇਜ਼ ਕਰਨੀ ਆ ਜਾਂ ਹੋਰ ਕੋਈ ਐਗਰੀਮੈਂਟ ਲਿਖਣਾ, ਸ਼ਾਮ ਤੋਂ ਸ਼ੁਰੂ ਹੁੰਦਾ। ਸੋ ਜਿਹੜੇ ਸੁਵਿਧਾ ਸੈਂਟਰ ਪਹਿਲਾਂ ਫੇਲ ਹੋ ਚੁੱਕੇ ਨੇ, ਉਹਨਾਂ ਨੂੰ ਮੁਹੱਲਾ ਕਲੀਨਿਕ ਦੇ ਵਿੱਚ ਤਬਦੀਲ ਕਰਨ ਲੱਗੇ ਆ, ਤੇ ਉਹੀ ਸੁਵਿਧਾ ਸੈਂਟਰਾਂ ਦੀ ਗੱਲ ਕਰਦੇ ਇਸ ਟਾਈਮ। ਸੋ ਦੇਖਦੇ ਆ
ਪੰਜਾਬ ਦੀ ਜਨਤਾ ਇਹ 5 ਸਾਲ ਕਿੱਦਾਂ ਕੱਢਦੀ ਹੈ, ਕਿੱਦਾਂ ਆਪਣੇ ਸੀਨੇ ਦੇ ਸਹਾਰਦੀ ਹੈ। ਸੋ ਆਉਣ ਵਾਲਾ ਸਮਾਂ ਦੱਸੇਗਾ ਮਾਨ ਸਾਹਿਬ ਕਿ ਜਿਹੜਾ ਗਰੀਬਾਂ ਦਾ ਖੂਨ ਸਾਰੀਆਂ ਸਰਕਾਰਾਂ ਨੇ ਚੂਸਿਆ, ਤੁਸੀਂ ਉਹ ਖੂਨ ਦਾ ਕਿੱਦਾਂ ਉਪਯੋਗ ਕਰਦੇ ਹੋ। ਤੁਸੀਂ ਵੀ ਕੀ ਦਿੱਲੀ ਦੀ ਤਰਜ਼ ਤੇ ਉਹਨਾਂ ਨੂੰ ਚੂਸੋਗੇ ਕਿ ਜਾਂ ਫਿਰ ਲੋਕਾਂ ਨੂੰ ਰਾਹਤ ਦਿਓਗੇ? ਕਿਉਂਕਿ ਇੱਕ ਪ੍ਰਸ਼ਨ ਤੁਹਾਡੇ ਤੇ ਵੀ ਖੜਾ ਹੁੰਦਾ ਕਿ ਇਹ ਪੂਰੀ ਜਾਂਚ ਕਰਨੀ ਚਾਹੀਦੀ ਸੀ ਤੁਹਾਨੂੰ ਕਿ ਜਿਹੜੇ ਮਜਬੂਰ ਲੋਕ ਨੇ, ਜਿਹੜੇ ਘਰ ਦੇ ਵਿੱਚ ਨੇ, ਬਿਮਾਰ ਠਮਾਰ ਉੱਠ ਨਹੀਂ ਸਕਦੇ, ਜਾਂ ਫਿਰ ਜਿਹੜੇ ਲੋਕ 50-55 ਸਾਲ ਤੋਂ ਉੱਪਰ ਹੈ, ਜਿਹੜੇ ਕੰਮ ਹੋਰ ਕੋਈ ਕਰ ਨਹੀਂ ਸਕਦੇ, ਜਿਹਨਾਂ ਨੇ ਸਾਰੀ ਉਮਰ ਇਸ ਕੰਮ ਵਿੱਚ ਗਾ ਲਈ ਹੈ, ਤੇ ਹੁਣ ਉਹਨਾਂ ਨੂੰ ਤੁਸੀਂ ਕੀ ਰੋਜ਼ਗਾਰ ਤੋਂ ਵਾਂਝਾ ਕਰਨ ਜਾ ਰਹੇ ਹੋ? ਤੇ ਤੁਹਾਨੂੰ ਇਸ ਦਾ ਪਹਿਲਾਂ ਸੂਚਨਾ ਹੋਣੀ ਚਾਹੀਦੀ ਸੀ। ਹੁਣ ਵਾਲਾ ਸਮਾਂ ਹੀ ਤੁਹਾਨੂੰ ਦੱਸੇਗਾ।